ਸਭ ਤੋਂ ਪਹਿਲਾਂ ਨਵੋਦਿਆ ਵਿਦਿਆਲਿਆ ਸਮਿਤੀ ਦੇ ਸਾਰੇ ਅਧਿਆਪਕਾਂ ਨੂੰ, ਅਧਿਆਪਕ ਸਾਥੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਆਦਾਬ, ਹੈਲੋ, ਨਮਸਤੇ। ਅੱਜ ਅਸੀਂ ਸਾਰੇ, ਮੈਂ ਕੋਈ ਵੀ ਜਿਹੜੀ ਸ਼ਬਦਾਵਲੀ ਦੇ ਪੱਖ ਤੋਂ ਰਸਮੀ ਸ਼ਬਦ ਜਿਹੜੇ ਹੋਰ ਨਾ ਬੋਲਦੀ ਹੋਈ ਸਿੱਧੀ ਆਪਣੇ ਵਿਸ਼ੇ ਤੇ ਆਉਂਦੀ ਆ। ਅੱਜ ਦਾ ਵਿਸ਼ਾ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ, ਧੁਨੀ ਵਿਗਿਆਨ ਅਤੇ ਧੁਨੀ ਵਿਉਂਤ। ਇਹਦੇ ਵਿੱਚ ਅੱਜ ਅਸੀਂ ਭਾਸ਼ਾ, ਧੁਨੀ, ਰੂਪ ਤੇ ਅਰਥ, ਧੁਨੀ ਵਿਗਿਆਨ ਦੀ ਪਰਿਭਾਸ਼ਾ, ਧੁਨੀ ਵਿਗਿਆਨ ਦੀਆਂ ਸ਼ਾਖਾਵਾਂ, ਧੁਨੀ ਵਿਉਂਤ, ਪਰਿਭਾਸ਼ਾ, ਖੰਡੀ ਧੁਨੀਆਂ ਤੇ ਪ੍ਰਾਖੰਡੀ ਧੁਨੀਆਂ ਬਾਰੇ ਜਿਹੜੀ ਹੈ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਭਾਸ਼ਾ ਵਿਸ਼ਲੇਸ਼ਣ ਦੇ ਜਿਹੜੇ ਪੱਧਰ ਨਿਰਧਾਰਿਤ ਕੀਤੇ ਜਾਂਦੇ ਨੇ, ਉਹ 3 ਪੱਧਰ ਨੇ: ਧੁਨੀ, ਰੂਪ ਤੇ ਅਰਥ। ਭਾਸ਼ਾ ਜੋ ਕਿ ਇੱਕ ਸੰਚਾਰ ਦਾ ਸਾਧਨ ਹੈ, ਜਿਹਦੇ ਰਾਹੀਂ ਅਸੀਂ ਆਪਣੇ ਭਾਵਾਂ ਦਾ, ਆਪਣੇ ਜਜ਼ਬਿਆਂ ਦਾ ਬਿਆਨ ਜਿਹੜਾ ਹੈ ਇੱਕ ਤੋਂ ਦੂਸਰੇ ਵਕਤੇ ਤੱਕ, ਬੁਲਾਰੇ ਤੱਕ ਸੰਚਾਰ ਕਰਦੇ ਹਾਂ ਜਿਨ੍ਹਾਂ ਸ਼ਬਦਾਂ ਦੇ ਨਾਲ, ਉਹਨਾਂ ਨੂੰ ਭਾਸ਼ਾ ਕਿਹਾ ਜਾਂਦਾ ਹੈ। ਭਾਸ਼ਾ ਦੇ ਵਿਸ਼ਲੇਸ਼ਣ ਲਈ ਜਿਹੜੇ ਪੱਧਰ ਨਿਰਧਾਰਿਤ ਕੀਤੇ ਗਏ ਨੇ, ਧੁਨੀ, ਰੂਪ ਤੇ ਅਰਥ। ਧੁਨੀ ਦੇ ਵਿੱਚ ਧੁਨੀ ਵਿਗਿਆਨ ਅਤੇ ਧੁਨੀ ਵਿਉਂਤ ਦੀ ਚਰਚਾ ਜਿਹੜੀ ਉਹ ਕੀਤੀ ਜਾਂਦੀ ਹੈ। ਰੂਪ ਦੇ ਵਿੱਚ ਸ਼ਬਦ ਤੇ ਵਿਆਕਰਨ ਆਉਂਦੇ ਨੇ, ਜਿਵੇਂ ਭਾਵ-ਅੰਸ਼, ਤਾਂ ਅੱਗੇ ਵਾਕ ਵਿਉਂਤ ਦੀ ਗੱਲ ਕੀਤੀ ਜਾਂਦੀ ਹੈ ਇਹਦੇ ਵਿੱਚ। ਅਰਥ ਦੇ ਵਿੱਚ ਅੱਗੋਂ ਫਿਰ ਅਰਥਾਂ ਦੇ ਵਿਗਿਆਨ ਦੇ ਨਾਲ ਸੰਬੰਧਿਤ ਜਿਹੜਾ ਅਰਥ ਵਿਗਿਆਨ ਹੈ, ਉਹਦੀ ਗੱਲ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਜਿਹੜੀ ਅਸੀਂ ਅੱਜ ਚਰਚਾ ਕਰਨੀ ਹੈ, ਧੁਨੀ ਵਿਗਿਆਨ ਤੇ ਧੁਨੀ ਵਿਉਂਤ। ਉਹਦੇ ਵਿੱਚ ਸਭ ਤੋਂ ਪਹਿਲਾ ਕਨਸੈਪਟ ਜਿਹੜਾ ਸਾਡੇ ਕੋਲ ਹੈਗਾ ਹੈ, ਉਹ ਹੈ ਧੁਨੀ, ਜਿਹਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਫੋਨ ਆਖਿਆ ਜਾਂਦਾ ਹੈ। ਜਿਹਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਫੋਨ ਆਖਿਆ ਜਾਂਦਾ ਹੈ। ਧੁਨੀ ਹੁਣ ਹੈ ਕੀ? ਧੁਨੀ ਭਾਸ਼ਾ ਦੀ ਨਿੱਕੀ ਤੋਂ ਨਿੱਕੀ ਤੇ ਬੁਨਿਆਦੀ, ਜਾਂ ਜਿਹਨੂੰ ਪਹਿਲੀ ਕਹਿੰਦੇ ਆ, ਪਹਿਲੀ ਇਕਾਈ ਹੈ, ਜਿਹੜੀ ਧੁਨੀ ਵਿਗਿਆਨ ਦੀ ਬੁਨਿਆਦ ਜਾਂ ਨੀਂਹ ਹੈ। ਧੁਨੀ ਇੱਕ ਖੰਡ ਦੇ ਬਰਾਬਰ ਹੁੰਦੀ ਹੈ, ਜਿਹੜੀ ਕਿ ਮੌਖਿਕ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਜਦੋਂ ਇਹਦਾ ਲਿਖਤੀ ਰੂਪ ਜਿਹੜਾ ਆਉਂਦਾ ਹੈ, ਤਾਂ ਉਹ ਇੱਕ ਅੱਖਰ ਪ੍ਰਬੰਧ ਦੇ ਵਿੱਚ ਬਦਲ ਜਾਂਦਾ ਹੈ। ਧੁਨੀ ਜਿਹਨੂੰ ਅਸੀਂ ਮੂੰਹ ਦੇ ਨਾਲ ਉਚਾਰਦੇ ਹਾਂ, ਕੰਨਾਂ ਦੇ ਨਾਲ ਸੁਣਦੇ ਹਾਂ, ਇਹ ਆਵਾਜ਼ ਦਾ ਭੌਤਿਕ ਪੱਖ ਹੈ। ਜਿਹਨੂੰ ਅੱਗੋਂ ਹੁਣ ਜੇ ਆਪਾਂ ਹੋਰ ਸ਼ਬਦਾਂ ਦੇ ਵਿੱਚ ਗੱਲ ਕਰਦੇ ਹਾਂ ਕਿ ਧੁਨੀ ਹੈ ਕੀ, ਇਹ ਇੱਕ ਆਵਾਜ਼ ਹੈ। ਜੇ ਆਪਾਂ ਕਾਵਿ ਸ਼ਾਸਤਰ ਦੀ ਗੱਲ ਕਰਦੇ ਹਾਂ, ਤੇ ਕਾਵਿ ਸ਼ਾਸਤਰ ਦੇ ਵਿੱਚ ਇਹਨੂੰ ਇੱਕ ਰਮਜ਼ ਜਾਂ ਸੁਜੈਸਟਿਵਿਟੀ, ਜਿਹਨੂੰ ਸੁਝਾਅ ਆਖਿਆ ਜਾਂਦਾ ਹੈ, ਉਹਦੇ ਰੂਪ ਦੇ ਵਿੱਚ ਲਿਆ ਗਿਆ ਹੈ। ਹੁਣ ਆਵਾਜ਼ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਜਦੋਂ ਆਪਾਂ ਥੋੜੀਆਂ ਜਿਹੀਆਂ ਆਪਣੇ ਘਰੇਲੂ ਐਗਜ਼ਾਮਪਲਾਂ ਲੈਂਦੇ ਹਾਂ, ਭਾਂਡਿਆਂ ਟੀਂਡਿਆਂ ਦੀ ਆਵਾਜ਼, ਉਹਨਾਂ ਦੀ ਇੱਕ ਵੱਖਰੀ ਆਵਾਜ਼ ਹੋ ਜਾਂਦੀ ਹੈ। ਪਾਣੀ ਦੀਆਂ ਛੱਲਾਂ ਦੀ ਆਵਾਜ਼ ਵੱਖਰੀ ਹੈ, ਜਾਂ ਜਦੋਂ ਪਾਣੀ ਡਿੱਗਦਾ ਹੈ, ਜਾਂ ਪਾਣੀ ਜੇ ਤੁਸੀਂ ਪਿੰਡਾਂ ਦੇ ਨਾਲ ਸੰਬੰਧਿਤ ਹੈਗੇ ਹੋ ਤਾਂ ਜਿਵੇਂ ਮੋਟਰ ਦੇ ਵਿੱਚੋਂ ਪਾਣੀ ਨਿਕਲਦਾ, ਤਾਂ ਉਹਦੀ ਜਿਹੜੀ ਆਵਾਜ਼ ਹੈ ਉਹ ਹੋਰ ਤਰ੍ਹਾਂ ਦੀ ਹੁੰਦੀ ਹੈ। ਜਾਂ ਜਿਹੜੇ ਜਾਨਵਰ, ਪੰਛੀ, ਇਹਨਾਂ ਦੀਆਂ ਆਵਾਜ਼ਾਂ ਅਲੱਗ ਤਰ੍ਹਾਂ ਦੀਆਂ ਆਵਾਜ਼ਾਂ, ਜੇ ਆਪਾਂ ਧੁਨੀ ਨੂੰ ਇੱਕ ਆਵਾਜ਼ ਦੇ ਰੂਪ ਦੇ ਵਿੱਚ ਲੈਂਦੇ ਹਾਂ ਤਾਂ। ਪਰ ਜਦੋਂ ਅਸੀਂ ਭਾਸ਼ਾ ਦੀ ਪੱਧਰ ਤੇ ਗੱਲ ਕਰਦੇ ਹਾਂ, ਇਹ ਸਾਰੇ ਸੀਗੇ ਧੁਨੀ ਦੇ ਵਿਆਪਕ ਜਾਂ ਬ੍ਰੌਡਰ ਜਿਹੜੇ ਪੱਧਰ ਤੇ ਜਦੋਂ ਆਪਾਂ ਗੱਲ ਕਰਦੇ ਹਾਂ, ਬਹੁਤ ਵਿਸ਼ਾਲ ਦਾਇਰਾ ਹੋ ਜਾਂਦਾ ਇਹਨਾਂ ਦਾ। ਜਦੋਂ ਅਸੀਂ ਧੁਨੀ ਨੂੰ ਭਾਸ਼ਾ ਦੀ ਪੱਧਰ ਤੇ ਪਰਿਭਾਸ਼ਿਤ ਕਰਦੇ ਹਾਂ, ਤਾਂ ਇਹ ਬੜੇ ਸੀਮਤ ਅਰਥਾਂ ਦੇ ਵਿੱਚ ਆ ਜਾਂਦੀ ਹੈ, ਜਿਹਦੇ ਵਿੱਚ ਸਿਰਫ ਇਹਨਾਂ ਆਖਿਆ ਜਾ ਸਕਦਾ ਹੈ ਕਿ ਧੁਨੀ ਕੀ ਹੁੰਦੀ ਹੈ, ਜਿਹਨੂੰ ਅਸੀਂ ਮੂੰਹ ਦੇ ਨਾਲ ਉਚਾਰਦੇ ਹਾਂ ਤੇ ਕੰਨਾਂ ਦੇ ਨਾਲ ਸੁਣਦੇ ਹਾਂ। ਇਹ ਇੱਕ ਏਦਾਂ ਦੀ ਆਵਾਜ਼ ਹੈ, ਇਹ ਸਾਡੀ ਆਵਾਜ਼ ਦਾ ਭੌਤਿਕ ਪੱਖ ਹੈ। ਇਹਦੀਆਂ ਹੁਣ ਵਿਸ਼ਲੇਸ਼ਣ ਦੀਆਂ 2 ਤਰ੍ਹਾਂ ਦੀਆਂ ਵਿਧੀਆਂ ਨੇ। ਨੰਬਰ 1 ਤੇ ਆਉਂਦੀ ਹੈ ਧੁਨੀ ਵਿਗਿਆਨ, ਤੇ ਨੰਬਰ 2 ਤੇ ਹੈ ਧੁਨੀ ਵਿਉਂਤ। ਧੁਨੀ ਵਿਗਿਆਨ ਜਿਹੜਾ ਹੈ, ਇਹਦੇ ਵਿੱਚ ਧੁਨੀਆਂ ਨੂੰ ਖਾਸ ਤਰ੍ਹਾਂ ਦੀਆਂ ਬ੍ਰੈਕਟਾਂ ਦੇ ਵਿੱਚ ਅੰਕਿਤ ਕੀਤਾ ਜਾਂਦਾ ਹੈ, ਜਿਹੜੀਆਂ ਕਿ ਮੈਂ ਸਕਰੀਨ ਦੇ ਉੱਤੇ ਪੀਪੀਟੀ ਦੇ ਵਿੱਚ ਸ਼ੋਅ ਵੀ ਕੀਤੀਆਂ ਗਈਆਂ। ਇਹ ਵਾਲੀਆਂ ਜਿਹੜੀਆਂ ਬ੍ਰੈਕਟਾਂ ਹੈ, ਜਦੋਂ ਆਪਾਂ ਧੁਨੀ ਵਿਗਿਆਨ ਦੀ ਗੱਲ ਕਰਾਂਗੇ ਤਾਂ ਆਪਾਂ ਕਿਸੇ ਵੀ ਜਿਹੜੇ ਅੱਖਰ ਨੂੰ ਜਾਂ ਧੁਨੀ ਨੂੰ ਲਿਖਦੇ ਹਾਂ ਤਾਂ ਉਹ ਇਹਨਾਂ ਬ੍ਰੈਕਟਾਂ ਦੇ ਵਿੱਚ ਲਿਖਦੇ ਹਾਂ। ਸਭ ਤੋਂ ਪਹਿਲੀ ਪਛਾਣ ਜਿਹੜੀ ਹੈ ਉਹ ਇਹ ਹੈ। ਧੁਨੀ ਵਿਗਿਆਨ ਧੁਨੀਆਂ ਦੀ ਭੌਤਿਕ ਸੰਰਚਨਾ ਦਾ ਅਧਿਐਨ ਕਰਦਾ ਹੈ ਕਿ ਧੁਨੀਆਂ ਕਿਵੇਂ ਉਚਾਰੀਆਂ ਜਾਂਦੀਆਂ, ਸੁਣਨ ਦਾ ਕੀ ਇਹਨਾਂ ਦਾ ਪ੍ਰੋਸੈਸ ਹੈ, ਤੇ ਸੰਚਾਰ ਕਿੱਦਾਂ ਕੀਤੀਆਂ ਜਾਂਦੀਆਂ। ਇਹ ਧੁਨੀ ਵਿਗਿਆਨ ਜਿਹੜਾ ਹੈ, ਇਹਦੀ ਮੂਲ ਇਕਾਈ ਧੁਨੀ ਹੈ, ਜਿਹਨੂੰ ਅਸੀਂ ਪਿੱਛੇ ਲਿਆ। ਜਿਵੇਂ ਕਿ ਅਸੀਂ ਧੁਨੀ ਵਿਉਂਤ ਵਿੱਚ ਅੱਗੇ ਗੱਲ ਕਰਾਂਗੇ, ਉਹਦੇ ਵਿੱਚ ਧੁਨੀਮ ਆਏਗਾ।
ਧੁਨੀ ਵਿਉਂਤ ਦੀ ਇਕਾਈ ਧੁਨੀਮ ਤੇ ਧੁਨੀ ਵਿਗਿਆਨ ਦੀ ਜਿਹੜੀ ਮੂਲ ਇਕਾਈ ਜਿਹੜੀ ਹੈ ਉਹ ਸਾਡੇ ਕੋਲੇ ਧੁਨੀ ਆਉਂਦੀ ਹੈ। ਹੁਣ ਇਹਦੇ ਵਿੱਚ ਦੋ ਗੱਲਾਂ ਵੇਖੀਆਂ ਜਾਂਦੀਆਂ ਕਿ ਧੁਨੀਆਂ ਦੀ ਉਤਪਤੀ ਜਾਂ ਧੁਨੀਆਂ ਪੈਦਾ ਕਿਸ ਤਰ੍ਹਾਂ ਨਾਲ ਹੁੰਦੀਆਂ ਤੇ ਇਹਨਾਂ ਦੇ ਵਿੱਚ ਜਿਹੜੀ ਸੁਣਨ ਯੋਗਤਾ ਹੈ ਉਹਦਾ ਗੁਣ ਕੀ ਹੈ। ਫਿਰ ਇਹਦੇ ਵਿੱਚ ਜਦੋਂ ਉਚਾਰਦੇ ਆ ਜਾਂ ਬੋਲਦੇ ਆ ਕਹਿ ਲਓ ਤਾਂ ਉਹਦੇ ਵਿੱਚ ਸਾਡੇ ਸਾਰੇ ਜਿਹੜੇ ਉਚਾਰਨ ਅੰਗ ਹੈ ਇੱਥੋਂ ਫੇਫੜਿਆਂ ਤੋਂ ਲੈ ਕੇ ਮੂੰਹ ਪੋਲ ਦਾ ਸਾਰਾ ਹਿੱਸਾ ਜਿਹੜਾ ਉਹ ਇਹਦੇ ਵਿੱਚ ਆ ਜਾਂਦਾ ਹੈ। ਹੁਣ ਧੁਨੀ ਵਿਗਿਆਨ ਦੀਆਂ ਸ਼ਾਖਾਵਾਂ, ਇਹ ਤਿੰਨ ਜਿਹੜੀਆਂ ਸ਼ਾਖਾਵਾਂ ਨੇ ਇਹਦੀਆਂ ਮੰਨੀਆਂ ਗਈਆਂ, ਉਚਾਰਨੀ ਧੁਨੀ ਵਿਗਿਆਨ, ਸੰਚਾਰਨੀ ਧੁਨੀ ਵਿਗਿਆਨ ਤੇ ਸ਼੍ਰਵਣੀ ਧੁਨੀ ਵਿਗਿਆਨ। ਜਿਹੜਾ ਉਚਾਰਨੀ ਧੁਨੀ ਵਿਗਿਆਨ ਹੈ ਇਹ ਸਿਰਫ ਤੇ ਸਿਰਫ ਉਸ ਹਿੱਸੇ ਦਾ ਅਧਿਐਨ ਜਾਂ ਵਰਣਨ ਕਰਦਾ ਹੈ ਜਿਹਦੇ ਵਿੱਚ ਜਿਹੜੀਆਂ ਭਾਸ਼ਾ ਦੀਆਂ ਧੁਨੀਆਂ ਹੁੰਦੀਆਂ ਨੇ ਉਹ ਹਿੱਸੇ ਉਹਨਾਂ ਨੂੰ ਪੈਦਾ ਕਰਨ ਦੇ ਯੋਗ ਹੁੰਦੇ ਨੇ। ਜਿਹੜੀਆਂ ਮਨੁੱਖੀ ਅੰਗਾਂ ਦੁਆਰਾ ਉਹ ਪੈਦਾ ਕੀਤੀਆਂ ਜਾਂਦੀਆਂ ਧੁਨੀਆਂ ਹੈ ਉਹਨਾਂ ਨੂੰ ਪਰਖਿਆ ਜਾਂਦਾ ਹੈ, ਉਹਨਾਂ ਦੀ ਪੜਚੋਲ ਕੀਤੀ ਜਾਂਦੀ ਹੈ। ਤਾਂ ਉਹਨਾਂ ਦੇ ਵਿੱਚ ਅੱਗੋਂ ਜਿਹੜੇ ਨੇ ਤਿੰਨ ਸਿਸਟਮ ਕੰਮ ਕਰਦੇ ਨੇ, ਜਿਵੇਂ ਸਾਹ ਪ੍ਰਣਾਲੀ, ਧੁਨੀ ਪ੍ਰਣਾਲੀ ਤੇ ਉਚਾਰਨੀ ਪ੍ਰਣਾਲੀ। ਹੁਣ ਸਾਹ ਪ੍ਰਣਾਲੀ ਦੇ ਵਿੱਚ ਅੱਗੋਂ ਸਾਡੇ ਕੋਲੇ ਆ ਜਾਂਦੇ ਨੇ ਛਾਤੀ ਦੇ ਪੱਠੇ, ਫੇਫੜੇ ਤੇ ਸਾਹ ਨਲੀ। ਹੁਣ ਜਿਹੜੇ ਛਾਤੀ ਦੇ ਪੱਠੇ ਨੇ, ਜਦੋਂ ਫੇਫੜਿਆਂ ਛਾਤੀ ਦੇ ਪੱਠਿਆਂ ਦੇ ਵਿੱਚ ਹਿਲਜੁਲ ਹੁੰਦੀ ਹੈ ਤਾਂ ਫੇਫੜਿਆਂ ਦੇ ਵਿੱਚੋਂ ਹਵਾ ਜਿਹੜੀ ਹੈ ਬਾਹਰ ਨਿਕਲਦੀ ਹੈ। ਜਦੋਂ ਤਾਂ ਫੇਫੜੇ ਦੇ ਵਿੱਚ ਹਵਾ ਦਬਾ ਕੇ ਬਾਹਰ ਨਿਕਲਦੀ ਹੈ। ਮੇਰੀ ਆਵਾਜ਼ ਸੁਣਦੀ ਪਈ ਸਰ ਤੁਹਾਨੂੰ? ਹਾਂਜੀ ਹਾਂਜੀ ਹਾਂਜੀ। ਜਦੋਂ ਜਿਹੜੇ ਦਬਾ ਕੇ ਬਾਹਰ ਨਿਕਲੇ, ਫਿਰ ਜਦੋਂ ਫੈਲਾਅ ਦੇ ਵਿੱਚ ਜਦੋਂ ਫੈਲ ਜਾਂਦੇ ਨੇ ਤਾਂ ਉਹ ਹਵਾ ਜਿਹੜੀ ਹੈ, ਸੌਰੀ ਮੈਂ ਦੁਬਾਰਾ ਠੀਕ ਕਰਾਂਗੀ, ਜਦੋਂ ਜਿਹੜੇ ਫੇਫੜੇ ਨੇ ਛਾਤੀ ਦੇ ਪੱਠਿਆਂ ਦੇ ਵਿੱਚ ਹਿਲਜੁਲ ਹੋਣ ਦੇ ਨਾਲ ਸਾਹ ਨਲੀ ਦੇ ਰਾਹੀਂ ਜਿਹੜੀ ਹਵਾ ਹੈ ਉਹ ਬਾਹਰ ਆਉਂਦੀ ਹੈ। ਜਦੋਂ ਫੇਫੜੇ ਜਿਹੜੇ ਨੇ ਸੁੰਗੜ ਜਾਂਦੇ ਨੇ ਤੇ ਉਹਨਾਂ ਦੀ ਹਵਾ ਜਿਹੜੀ ਹੈ ਬਾਹਰ ਨਿਕਲਦੀ ਹੈ। ਤੇ ਜਦੋਂ ਫੇਫੜਿਆਂ ਦੇ ਵਿੱਚ ਫੈਲਾਅ ਆਉਂਦਾ ਹੈ ਤਾਂ ਉਦੋਂ ਜਿਹੜੀ ਹਵਾ ਹੈ ਉਹ ਅੰਦਰ ਨੂੰ ਖਿੱਚਦੇ ਨੇ। ਇਹਦੇ ਵਿੱਚ ਕੀ ਹੈ, ਜਿਹੜੀ ਸਾਹ ਨਲੀ ਆਉਂਦੀ ਹੈ ਸਾਡੇ ਕੋਲੇ, ਇਹਦਾ ਬੜਾ ਅਹਿਮ ਰੋਲ ਹੁੰਦਾ ਹੈ ਕਿਉਂਕਿ ਜਿਹੜੀ ਸਾਰੀ ਫੇਫੜਿਆਂ ਦੇ ਵਿੱਚੋਂ ਹਵਾ ਦੀ ਜਿਹੜੀ ਪ੍ਰੋਸੈਸਿੰਗ ਹੋ ਰਹੀ ਹੈ ਉਹ ਸਾਹ ਨਲੀ ਦੇ ਦੁਆਰਾ ਹੋ ਰਹੀ ਹੈ। ਇਹਦੇ ਵਿੱਚ ਇਹ ਜਿਹੜੀਆਂ ਤਿੰਨ ਜਿਹੜੇ ਉਚਾਰਨ ਦੇ ਅੰਗ ਨੇ ਉਹਨਾਂ ਦਾ ਜਿਹੜਾ ਮੇਨ ਫੰਕਸ਼ਨ ਰਹਿੰਦਾ ਹੈ, ਛਾਤੀ ਦੇ ਪੱਠੇ, ਫੇਫੜੇ ਤੇ ਸਾਹ ਨਲੀ। ਫਿਰ ਅੱਗੇ ਸਾਡੇ ਕੋਲ ਆਉਂਦੀ ਹੈ ਧੁਨੀ ਪ੍ਰਣਾਲੀ, ਜਿਹਦੇ ਵਿੱਚ ਸਾਡੇ ਕੋਲੇ ਕੰਠ ਪਠਾਰ ਤੇ ਨਾਦ ਤੰਤਰੀਆਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਇਹਦੇ ਵਿੱਚ ਸਾਡੇ ਕੋਲੇ ਦੋ ਹਿੱਸੇ ਆਉਂਦੇ ਨੇ ਜਿਹੜੇ ਮੈਂ ਅਗਲੀ ਸਲਾਈਡ ਦੇ ਵਿੱਚ ਪੂਰੀ ਇਮੇਜ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਲਿਆਉਂਗੀ। ਫਿਰ ਅੱਗੇ ਸਾਡੇ ਕੋਲ ਆਉਂਦੀ ਹੈ ਉਚਾਰਨ ਪ੍ਰਣਾਲੀ, ਜਿਹਦੇ ਵਿੱਚ ਸਾਡੇ ਸਾਰੇ ਉਚਾਰਨ ਅੰਗ ਜਿਹੜੇ ਨੇ ਉਹ ਆ ਜਾਂਦੇ ਨੇ। ਗੱਲ ਕਰਦੇ ਪਏ ਸੀ ਇੱਥੇ ਧੁਨੀ ਪ੍ਰਣਾਲੀ ਦੀ। ਇਹਦੇ ਵਿੱਚ ਦੋ ਜਿਹੜੇ ਉਚਾਰਨ ਅੰਗ ਨੇ, ਇੱਕ ਤੇ ਕੰਠ ਪਠਾਰ ਤੇ ਇੱਕ ਨਾਦ ਤੰਤਰੀਆਂ। ਜੇ ਇੱਥੇ ਸਾਰਿਆਂ ਨੂੰ ਇਹ ਦਿਸਦਾ ਹੋਵੇ, ਇਹ ਕੰਠ ਪਠਾਰ ਜਿਹੜਾ ਹੈ ਇਹ ਸਾਡੇ ਇਥੋਂ ਗਲੇ ਦੇ ਵਿੱਚ ਜਿਹਨੂੰ ਆਪਾਂ ਘੰਡੀ ਵੀ ਕਹਿ ਲੈਂਦੇ ਹਾਂ, ਉੱਪਰ ਨੂੰ ਉੱਭਰਿਆ ਹੋਇਆ ਹਿੱਸਾ ਹੁੰਦਾ ਹੈ, ਠੋਡੀ ਤੋਂ ਬਿਲਕੁਲ ਨੀਚੇ ਵਾਲਾ ਜਿਹੜਾ ਉਭਾਰ ਆਉਂਦਾ ਹੈ ਉਹਨੂੰ ਕੰਠ ਪਠਾਰ ਆਖਿਆ ਜਾਂਦਾ ਹੈ। ਕੰਠ ਪਠਾਰ ਦਾ ਕੰਮ ਕੀ ਹੈ, ਇਹ ਇੱਕ ਬਕਸੇ ਵਰਗੀ ਇਹਦੀ ਸ਼ਕਲ ਕਹਿ ਲਓ ਹੁੰਦੀ ਹੈ। ਇਹ ਜਦੋਂ ਹਵਾ ਬਾਹਰ ਨਿਕਲਦੀ ਹੈ ਜਾਂ ਹਵਾ ਅੰਦਰ ਜਾਂਦੀ ਹੈ ਤਾਂ ਜਦੋਂ ਅਸੀਂ ਭੋਜਨ ਖਾਂਦੇ ਆ ਤਾਂ ਉਹ ਜਿਹੜੇ ਉਹਨਾਂ ਨੂੰ ਸਾਡੀ ਸਾਹ ਨਲੀ ਦੇ ਵਿੱਚ ਜਾਣ ਤੋਂ ਰੋਕਦਾ, ਇੱਕ ਤਰ੍ਹਾਂ ਦਾ ਢੱਕਣ ਇਹਨੂੰ ਕਿਹਾ ਜਾਂਦਾ ਹੈ ਕਿ ਇਹ ਉਹਨਾਂ ਚੀਜ਼ਾਂ ਨੂੰ ਸਾਡੀ ਸਾਹ ਨਲੀ ਦੇ ਵਿੱਚ ਜਾਣ ਤੋਂ ਰੋਕਦਾ। ਇਹ ਜਿਹੜੀ ਸਾਹ ਨਲੀ ਜਾਂਦੀ ਪਈ ਹੈ। ਅੱਗੇ ਸਾਡੇ ਕੋਲ ਆਉਂਦੀਆਂ ਹੈ ਨਾਦ ਤੰਤਰੀਆਂ, ਜਿਹੜੀਆਂ ਧੁਨੀ ਪ੍ਰਣਾਲੀ ਦੇ ਵਿੱਚ ਕੰਮ ਕਰਦੀਆਂ। ਇਹ ਸਾਡੇ ਇਹ ਵਾਲਾ ਹਿੱਸਾ ਹੁੰਦਾ ਹੈ, ਇਹ ਬੁੱਲ੍ਹਾਂ ਦੀ ਆਕਾਰ ਦਾ ਹੁੰਦਾ ਹੈ। ਇਹਦੀਆਂ ਤਿੰਨ ਸਥਿਤੀਆਂ ਜਿਹੜੀਆਂ ਨੇ ਉਹ ਪ੍ਰਾਪਤ ਹੁੰਦੀਆਂ ਸਾਨੂੰ। ਇੱਕ ਤਾਂ ਜਦੋਂ ਨਾਦ ਤੰਤਰ, ਵੋਕਲ ਕਾਰਡਸ ਇਹਨਾਂ ਨੂੰ ਆਪਾਂ ਕਹਿੰਦੇ ਆ, ਜਦੋਂ ਇਹ ਥੋੜਾ ਖੁੱਲਿਆ ਹੁੰਦਾ ਹੈ। ਹੁਣ ਇਹਦੀ ਮੈਂ ਇੱਥੇ ਮੇਰੇ ਤੋਂ ਗਲਤੀ ਹੋਈ ਹੈ ਕਿ ਮੈਂ ਉਹ ਦਿਖਾ ਨਹੀਂ ਸਕੀ ਤੁਹਾਨੂੰ ਵਿੱਚ। ਜਦੋਂ ਤੇ ਇਹ ਥੋੜੀਆਂ ਜਿਹੀਆਂ ਖੁੱਲੀਆਂ ਹੁੰਦੀਆਂ ਨੇ ਤਾਂ ਇਹਦੇ ਵਿੱਚੋਂ ਹਵਾ ਜਿਹੜੀ ਆ ਬਿਨਾਂ ਰੋਕ ਤੋਂ ਬਾਹਰ ਨਿਕਲਦੀ ਹੈ। ਫੇਫੜਿਆਂ ਵਿੱਚੋਂ ਜਿਹੜੀ ਹਵਾ ਆਉਂਦੀ ਹੈ
ਤਾਂ ਉਹ ਬਿਨਾਂ ਰੁਕਾਵਟ ਤੋਂ ਮੂੰਹ ਰਸਤੇ ਬਾਹਰ ਨਿਕਲ ਜਾਂਦੀ ਹੈ, ਤਾਂ ਉਦੋਂ ਉਸ ਸਮੇਂ ਅਘੋਸ਼ ਧੁਨੀਆਂ ਜਿਹੜੀਆਂ ਨੇ ਉਹਨਾਂ ਦਾ ਨਾਦ ਬਿਨਾਂ, ਜਿਹੜੀਆਂ ਜਿਨ੍ਹਾਂ ਨੂੰ ਆਪਾਂ ਨਾਦ ਰਹਿਤ ਕਹਿੰਦੇ ਨੇ, ਉਹਨਾਂ ਧੁਨੀਆਂ ਦਾ ਉਚਾਰਨ ਜਿਹੜਾ ਉਹ ਕੀਤਾ ਜਾਂਦਾ ਹੈ। ਜਿਵੇਂ ਪ, ਟ, ਟ, ਚਾ, ਇਹ ਜਿਹੜੀਆਂ ਇਹ ਅਘੋਸ਼ ਧੁਨੀਆਂ ਹੈਗੀਆਂ, ਇਹਨਾਂ ਦਾ ਉਚਾਰਨ ਜਦੋਂ ਨਾਦ ਜੰਤਰ ਦੀ ਸਥਿਤੀ ਜਿਹੜੀ ਹੈ ਉਹ ਥੋੜੀ ਖੁੱਲੇ ਰੂਪ ਦੇ ਵਿੱਚ ਹੁੰਦੀ ਹੈ ਤੇ ਫੇਫੜਿਆਂ ਵਿੱਚੋਂ ਆਉਂਦੀ ਜਿਹੜੀ ਸਾਡੀ ਹਵਾ ਹੈ ਉਹ ਬਿਨਾਂ ਰੁਕਾਵਟ ਜਿਹੜੀ ਬਾਹਰ ਨਿਕਲ ਜਾਂਦੀ ਹੈ, ਤਾਂ ਉਦੋਂ ਇਹਨਾਂ ਧੁਨੀਆਂ ਦਾ, ਅਘੋਸ਼ ਧੁਨੀਆਂ ਦਾ ਉਚਾਰਨ ਜਿਹੜਾ ਹੁੰਦਾ ਹੈ। ਫਿਰ ਸਾਡੇ ਕੋਲ ਨਾਦ ਜੰਤਰ ਦੀ ਅਗਲੀ ਸਥਿਤੀ ਆਉਂਦੀ ਹੈ ਜਦੋਂ ਉਹ ਥੋੜਾ ਬੰਦ ਹੋਣ ਦੀ ਸਥਿਤੀ ਵਿੱਚ ਹੁੰਦਾ ਹੈ। ਇੱਕ ਤਾਂ ਹੁੰਦਾ ਥੋੜਾ ਖੁੱਲਾ, ਇੱਕ ਥੋੜਾ ਜਦੋਂ ਕਰੀਬ ਆਉਂਦਾ, ਉਦੋਂ ਸਾਡੇ ਕੋਲੇ ਉਹ ਹਵਾ ਜਿਹੜੀ ਹੈ ਥੋੜੀ ਕਿਤੇ ਨਾ ਕਿਤੇ ਜਿਹੜੀ ਰੁਕਾਵਟ ਪੈਂਦੀ ਹੈ ਤੇ ਨਾਦ ਤੰਤਰੀਆਂ ਦੀ ਜਿਹੜੀ ਕੰਬਾਹਟ ਹੈ ਉਹ ਸ਼ੁਰੂ ਹੋ ਜਾਂਦੀ ਹੈ। ਉਸ ਸਮੇਂ ਜਿਹੜੀਆਂ ਸਾਡੇ ਕੋਲੇ ਸਗੋਸ਼ ਧੁਨੀਆਂ ਹੈ ਉਹ ਹੁੰਦੀਆਂ ਨੇ, ਪੈਦਾ ਹੁੰਦੀਆਂ ਇਹਦੇ ਵਿੱਚੋਂ, ਨਾਦ ਜੰਤਰ ਦੇ ਵਿੱਚੋਂ। ਜਿਵੇਂ ਆਪਾਂ ਅਘੋਸ਼ ਦੇ ਵਿੱਚ ਪ, ਟ, ਟ, ਮਾਫ ਕਰਨਾ, ਪ, ਟ, ਟ, ਚ ਤੇ ਕ ਜਿਹੜੀਆਂ ਲਈਆਂ ਸੀਗੀਆਂ। ਫਿਰ ਅੱਗੇ ਸਾਡੇ ਕੋਲੇ ਜਿਵੇਂ ਸਗੋਸ਼ ਦੇ ਵਿੱਚ ਆਉਂਦੀਆਂ ਨੇ, ਜਦੋਂ ਇਹ ਥੋੜੀ ਜੀ ਆਪਣੀ ਖੁੱਲੇ, ਥੋੜੀ ਘੱਟ ਖੁੱਲੇਪਣ ਦੀ ਸਥਿਤੀ ਦੇ ਵਿੱਚ ਨਾਦ ਜੰਤਰ ਜਦੋਂ ਆਉਂਦਾ ਤਾਂ ਉਹਦੇ ਵਿੱਚ ਬ, ਡ, ਡ, ਜ ਤੇ ਗ। ਜਦੋਂ ਅਸੀਂ ਬੋਲਦੇ ਹਾਂ ਬ, ਦ, ਤਾਂ ਇੱਥੇ ਜਿਹੜੀ ਨਾਦ ਤੰਤਰੀਆਂ ਦੇ ਵਿੱਚ ਕੰਬਾਹਟ ਹੈ ਉਹ ਸਾਨੂੰ, ਆਪਾਂ ਹੱਥ ਲਾ ਕੇ ਵੀ ਵੇਖ ਸਕਦੇ ਹਾਂ, ਕਿਤੇ ਨਾ ਕਿਤੇ ਸਾਨੂੰ ਉਹ ਪੈਦਾ, ਜਿਹੜਾ ਨਾਦ ਹੈ ਉਹ ਪੈਦਾ ਹੁੰਦਾ, ਸੁਣਦਾ ਹੈ, ਮਹਿਸੂਸ ਕਰ ਸਕਦੇ ਹਾਂ ਅਸੀਂ। ਜਦੋਂ ਇੱਥੇ ਹੱਥ ਏਦਾਂ ਕਰਕੇ ਦੇਖਦੇ ਹਾਂ ਤਾਂ ਉਹ ਸਾਨੂੰ ਪਤਾ ਲੱਗਦਾ ਹੈ ਕਿ ਹਾਂ ਇਹ ਵਾਲੀਆਂ ਜਿਹੜੀਆਂ ਧੁਨੀਆਂ ਉਚਾਰੀਆਂ ਜਾ ਰਹੀਆਂ। ਫਿਰ ਅੱਗੇ ਸਾਡੇ ਕੋਲ ਆਉਂਦੀ ਹੈ ਉਚਾਰਨ ਪ੍ਰਣਾਲੀ। ਇਹ ਉਚਾਰਨੀ ਧੁਨੀ ਵਿਗਿਆਨ ਦੀ ਜਿਹੜੀ ਗੱਲ ਹੈ ਉਹ ਹੋ ਰਹੀ ਹੈ। ਉਚਾਰਨ ਪ੍ਰਣਾਲੀ ਦੇ ਵਿੱਚ ਕੰਠ ਪਠਾਰ ਤੋਂ ਲੈ ਕੇ ਜਿਹੜੇ ਉੱਪਰ ਵਾਲੇ ਸਾਰੇ ਉਚਾਰਨ ਅੰਗ ਆਉਂਦੇ ਨੇ ਇਹਦੇ ਵਿੱਚ ਸ਼ਾਮਲ ਹੁੰਦੇ ਨੇ। ਜਿਵੇਂ ਸਾਡੇ ਕੋਲੇ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਜੀਭ। ਜੀਭ ਜਿਹੜੀ ਹੈ ਇਹਦੇ ਹੁਣ 4 ਹਿੱਸੇ ਜਿਹੜੇ ਨੇ ਉਚਾਰਨ ਅੰਗਾਂ ਦੇ ਵਿੱਚ ਕੰਮ ਕਰਦੇ ਨੇ। ਜਿਵੇਂ ਟਿਪ, ਇਹਦੇ ਵਿੱਚ ਕੀ ਹੈ, ਜਦੋਂ ਇਹਦੇ ਨਾਲ ਸਾਡੇ ਕੋਲੇ ਟ, ਠ, ਦ ਜਿਹੜੀਆਂ ਧੁਨੀਆਂ ਨੇ, ਜਦੋਂ ਜੀਭ ਉੱਪਰ ਵਾਲੇ ਦੰਦਾਂ ਨੂੰ, ਨਹੀਂ ਸੌਰੀ, ਟ, ਠ, ਡ, ਜਦੋਂ ਨੁਕੀਲੀ ਚੀਜ਼ ਜਿਹੜੀ ਉੱਪਰ ਵਾਲੇ ਸਖਤ ਤਾਲੂ ਦੇ ਨਾਲ ਛੂੰਹਦੀ ਹੈ, ਟ, ਠ ਤੇ ਡ, ਉਲਟ ਜੀਭੀ ਉਚਾਰਨ ਜਿਨ੍ਹਾਂ ਦਾ ਹੁੰਦਾ ਹੈ ਕਿ ਜੀਭ ਜਦੋਂ ਉਲਟ ਫੇਰ ਲੈਂਦੀ ਹੈ ਤਾਂ ਉਹਨਾਂ ਦਾ ਉਚਾਰਨ ਜਿਹੜਾ ਇਹਦੇ ਨਾਲ ਕੀਤਾ ਜਾਂਦਾ ਹੈ, ਜਦੋਂ ਜੀਭ ਦੀ ਟਿਪ, ਨੁਕੀਲੀ ਜਿਹੜੀ ਚੀਜ਼ ਹੈ ਉਹ ਅਗਲਾ ਹਿੱਸਾ ਉਹਦਾ ਕੰਮ ਕਰਦਾ ਹੈ। ਫਿਰ ਸਾਡੇ ਕੋਲ ਇਹਦੇ ਅਗਲੇ ਹਿੱਸੇ ਆਉਂਦੇ ਨੇ ਬਲੇਡ, ਅਗਲਾ ਹਿੱਸਾ, ਪਿਛਲਾ ਹਿੱਸਾ। ਜਿਹੜਾ ਪਿਛਲਾ ਹਿੱਸਾ ਹੈ ਇਹ ਸਾਡੇ ਕੋਲੇ ਕੋਮਲ ਤਾਲੂ ਦੇ ਨਾਲ ਜਦੋਂ ਲੇਟਵੇਂ ਰੁੱਖ ਦੇ ਵਿੱਚ ਪਈ ਰਹਿੰਦੀ ਹੈ, ਇਹਦੀਆਂ 4 ਸਥਿਤੀਆਂ ਨੇ, ਤਾਂ ਉਹ ਜਿਹੜੇ ਹੈ ਕੋਮਲ ਤਾਲੂ ਦੇ ਨਾਲ ਲੱਗ ਕੇ ਜਿਹੜੀ ਹੈ ਸਾਡੇ ਬੋਲਣ ਦਾ ਕੰਮ ਕਰਦੀ ਹੈ। ਫਿਰ ਜਿਹੜਾ ਹੈ ਅਗਲਾ ਹਿੱਸਾ, ਅਗਲੇ ਹਿੱਸੇ ਦੇ ਵਿੱਚ ਇਹ ਜਿਹੜੀ ਸਖਤ ਤਾਲੂ ਦੇ ਨਾਲ ਜਿਹੜਾ ਇਹਦਾ ਆ ਜਾਂਦਾ ਹੈ, ਜਦੋਂ ਇਹ ਲੇਟਵੇਂ ਰੁੱਖ ਦੇ ਵਿੱਚ ਹੁੰਦੀ ਹੈ, ਜਦੋਂ ਜਿਨ੍ਹਾਂ ਧੁਨੀਆਂ ਦਾ ਉਚਾਰਨ ਕਰਾਂਗੇ ਤਾਂ ਉਹ ਸਖਤ ਤਾਲੂ ਦੇ ਨਾਲ ਲੱਗ ਕੇ ਹੋਏਗਾ। ਉਸ ਤੋਂ ਅੱਗੇ ਸਾਡੇ ਕੋਲ ਆਉਂਦੇ ਨੇ ਬੁੱਲ, ਹੇਠਲਾ ਬੁੱਲ। ਇਹਨਾਂ ਨੂੰ ਅੱਗੇ ਆਪਾਂ ਜਿਹੜੇ ਉਚਾਰਨ ਅੰਗ ਨੇ ਇਹਨਾਂ ਨੂੰ ਆਪਾਂ ਅੱਗੇ 2 ਭਾਗਾਂ ਦੇ ਵਿੱਚ ਵਰਗ ਵੰਡ ਇਹਨਾਂ ਦੀ ਕਰ ਲੈਂਦੇ ਆ। ਇੱਕ ਹੁੰਦੇ ਨੇ ਐਕਟਿਵ ਤੇ ਇੱਕ ਹੁੰਦੇ ਨੇ ਪੈਸਿਵ। ਐਕਟਿਵ ਉਹ ਹੁੰਦੇ ਨੇ ਜਿਹੜੇ ਚੁਸਤ ਹੁੰਦੇ ਨੇ, ਜਿਹੜੇ ਹਰਕਤਾਂ ਕਰਦੇ ਨੇ ਜਦੋਂ ਆਪਾਂ ਕਿਸੇ ਧੁਨੀ ਦਾ ਉਚਾਰਨ ਕਰਦੇ ਹਾਂ। ਪੈਸਿਵ ਉਹ ਹੁੰਦੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਹਰਕਤਾਂ ਨਹੀਂ ਹੁੰਦੀਆਂ, ਬਸ ਉਹ ਬੋਲਣ ਦਾ ਕੰਮ ਦਿੰਦੇ ਨੇ ਸਾਨੂੰ। ਜਿਵੇਂ ਸਾਡੇ ਉੱਪਰਲੇ ਦੰਦ, ਨੱਕ, ਇਹ ਸਾਰੇ ਜਿਹੜੇ ਨੇ ਇਹ ਹੈਗੇ ਨੇ ਸਾਡੇ ਕੋਲ ਸੁਸਤ, ਜਿਹੜੇ ਲੇਟਵੇਂ ਰੁੱਖ ਪਏ ਰਹਿੰਦੇ ਨੇ, ਜਿਨ੍ਹਾਂ ਦਾ ਹੇਠਲੇ ਉਚਾਰਨ ਅੰਗਾਂ ਦੇ ਨਾਲ ਲੱਗ ਕੇ ਜਿਹੜੇ ਨੇ ਆਪਣੀਆਂ ਧੁਨੀਆਂ ਦੀ ਜਿਹੜਾ ਉਚਾਰਨ ਹੈ ਉਹ ਕਰਦੇ ਨੇ। ਹੁਣ ਬੁੱਲਾਂ ਦੇ ਵਿੱਚ ਹੇਠਲੇ ਬੁੱਲ ਜਿਨ੍ਹਾਂ ਦੇ ਨਾਲ ਆਪਾਂ ਕਰਦੇ ਹਾਂ ਵ, ਫ। ਫ ਧੁਨੀ ਜਿਹੜੀ ਪੈਰ ਬਿੰਦੀ ਵਾਲੀ ਹੈ, ਉੱਪਰਲੇ ਦੰਦ ਤੇ ਹੇਠਾਂ ਵਾਲੇ ਬੁੱਲ ਜਿਹੜੇ ਨੇ ਇਹਨਾਂ ਦੇ ਨਾਲ ਉਚਾਰੀ ਜਾਂਦੀ ਹੈ, ਫ, ਫ।
ਦੰਤੀ ਜੇ ਆਪਾਂ ਵੈਸੇ ਨਾਰਮਲੀ ਗੱਲ ਕਰਦੇ ਹਾਂ ਤਾਂ ਸਾਡੇ ਕੋਲੇ ਦੰਤੀ ਜਿਹੜੀਆਂ ਧੁਨੀਆਂ ਨੇ ਉਹ ਮਿਲਦੀਆਂ ਨੇ ਤਾ ਥ ਦ ਤ ਨ। ਇਹ ਜਿਹੜੀਆਂ ਨੇ ਇਹ ਦੰਦਾਂ ਦੇ ਨਾਲ ਉਚਾਰੀਆਂ ਜਾਂਦੀਆਂ ਨੇ। ਪ ਫ ਬ ਪ ਮ ਇਹ ਜਿਹੜੀਆਂ ਨੇ ਇਹ ਬੁੱਲਾਂ ਦੇ ਨਾਲ ਉਚਾਰੀਆਂ ਜਾਂਦੀਆਂ ਨੇ। ਇਹ ਹੈ ਨਾਸਕੀ ਪੋਲ। ਨਾਸਕੀ ਪੋਲ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਦੇਖਦੇ ਹਾਂ ਕਿ ਸਾਡੇ ਕੋਲੇ ਨਾਸਕੀ ਵਿਅੰਜਨ ਆਉਂਦੇ ਨੇ ङ ñ ਨ ਨ ਤੇ ਮ। ਇਹ ਜਿਹੜੇ ਨੇ ਨੱਕ ਵਿੱਚੋਂ ਉਚਾਰੇ ਜਾਣ ਵਾਲੇ ਵਿਅੰਜਨ ਨੇ, ਨਾਸਕੀ ਵਿਅੰਜਨ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ। ਫਿਰ ਅੱਗੇ ਸਾਡੇ ਕੋਲ ਆ ਜਾਂਦਾ ਹੈ ਸੰਚਾਰਨੀ ਧੁਨੀ ਵਿਗਿਆਨ। ਹੁਣ ਇਹਦਾ ਸੰਬੰਧ ਜਿਹੜਾ ਹੈ, ਜਿਹੜਾ ਉਚਾਰਨੀ ਧੁਨੀ ਵਿਗਿਆਨ ਸੀ ਉਹਦਾ ਫੇਫੜਿਆਂ ਤੋਂ ਲੈ ਕੇ ਤੇ ਬੁੱਲਾਂ ਤੱਕ ਜਿਹੜੀ ਉਹਦੀ ਉਚਾਰਨ ਪ੍ਰਕਿਰਿਆ ਦਾ ਸੀਗਾ। ਸੰਚਾਰਨੀ ਦੇ ਵਿੱਚ ਬੁੱਲਾਂ ਤੋਂ ਲੈ ਕੇ ਤੇ ਕੰਨਾਂ ਤੱਕ ਦੀ ਜਿਹੜੀ ਪ੍ਰਕਿਰਿਆ ਆ ਉਹਦਾ ਅਧਿਐਨ ਕੀਤਾ ਜਾਂਦਾ ਹੈ। ਹੁਣ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਧੁਨੀਆਂ ਦੀ ਕੋਸ਼ਤਾ, ਜਿਵੇਂ ਆਪਾਂ ਨਾਦ ਰਹਿਤ ਜਿਹਨੂੰ ਕਹਿੰਦੇ ਆ, ਨਾਦੀ ਜਾਂ ਨਾਦ ਰਹਿਤ ਕੋਸ਼ਤਾ ਜਿਹੜੀ ਨਾਦ ਦੀ ਗੱਲ ਕਰਦੇ ਆ ਪਿੱਛੇ ਕੀਤੀ ਨਾਦ ਤੰਤਰੀਆਂ ਦੇ ਵਿੱਚ, ਬਾਰ-ਬਾਰਤਾ ਤੇ ਭਾਰਾਪਣ ਜਿਹੜਾ ਆ ਉਹ ਧੁਨੀਆਂ ਦੇ ਸੰਚਾਰ ਨੂੰ ਪ੍ਰਭਾਵਿਤ ਕਰਦੇ ਨੇ। ਜਿਵੇਂ ਆਪਾਂ ਇੱਥੇ ਐਗਜ਼ਾਮਪਲ ਲਈਏ ਆਪ ਅਤੇ ਆਬ। ਹੁਣ ਪ ਧੁਨੀ ਜਿਹੜੀ ਹੈ ਇਹ ਅਘੋਸ਼ ਹੈ, ਨਾਦ ਰਹਿਤ ਹੈ। ਇਹਦੇ ਵਿੱਚ ਜਿਹੜਾ ਸਾਡਾ ਅ ਸਵਰ ਆ ਰਿਹਾ ਹੈ ਇਹਦੇ ਵਿੱਚ ਭਾਰਾਪਣ ਜਿਹੜਾ ਹੈ ਘੱਟ ਹੈ। ਆਪ ਆਪ ਜਦੋਂ ਅਸੀਂ ਉਚਾਰ ਕੇ ਵੇਖਦੇ ਹਾਂ ਆਪ, ਤਾਂ ਕਿਤੇ ਨਾ ਕਿਤੇ ਜਿਹੜੀ ਆ ਧੁਨੀ ਦੀ ਬਾਰਬਰਤਾ ਤੇ ਭਾਰਾਪਣ ਘੱਟ ਹੋ ਜਾਂਦਾ ਹੈ। ਇਹਦੇ ਮੁਕਾਬਲੇ ਜਦੋਂ ਅਸੀਂ ਆਬ ਆਬ ਸ਼ਬਦ ਬ ਜਿਹੜੀ ਉਚਾਰਦੇ ਆ, ਬਾ ਜਿਹੜੀ ਸਾਡੇ ਕੋਲੇ ਸਗੋਸ਼ ਧੁਨੀ ਹੈ, ਇਹਦੇ ਵਿੱਚ ਆ ਜਿਹੜਾ ਇਹਦੀ ਬਾਰਬਰਤਾ ਤੇ ਇਹਦਾ ਭਾਰਾਪਣ ਜਿਹੜਾ ਹੈ ਵੱਧ ਜਾਂਦਾ ਹੈ ਅਸਵਰ। ਦਵਿੰਦਰ ਤੁਹਾਡਾ ਮਾਈਕ ਮਿਊਟ ਹੋ ਗਿਆ ਹੈ, ਉਹਨੂੰ ਅਨਮਿਊਟ ਕਰਿਓ। ਡਾਕਟਰ ਦਵਿੰਦਰ। ਹਾਂਜੀ ਸਰ, ਮੇਰੀ ਆਵਾਜ਼ ਆ ਰਹੀ ਜੇ ਹੁਣ? ਹੁਣ ਆ ਰਹੀ ਹੈ। ਹਾਂਜੀ ਠੀਕ ਹੈ। ਹਾਂਜੀ सर, मेरी स्क्रीन शेयर हो रही? हाँ हाँ हो रही है स्क्रीन शेयर में। ठीक है जी। हुण आप दे मुकाबले जिहड़ा आप शब्द दा संचार है आप दे मुकाबले ते थोड़ा तिखा होगा। बेशक तुसी बोल के देख सकते हो आप ते आव, इहदे विच भारापन जिहड़ा है बा धुनी सगोश होण करके आ स्वर दे विच थोड़ी ओहदा भार वध। ਦਵਿੰਦਰ ਤੁਹਾਡਾ ਜਿਹੜਾ ਨਾ, ਹੈਲੋ ਦਵਿੰਦਰ, ਡਾਕਟਰ ਦਵਿੰਦਰ ਤੁਹਾਡਾ ਮਾਈਕ ਫੇਰ ਮਿਊਟ ਹੋ ਗਿਆ, ਇਹਨੂੰ ਅਨਮਿਊਟ ਕਰੋ। फिर नहीं आ रही आवाज।
ਹਾਂਜੀ ਹੁਣ ਠੀਕ ਹੈ ਜੀ, ਹੁਣ ਦਵਿੰਦਰ ਹੁਣ ਠੀਕ ਹੈ। ਠੀਕ ਹੈ। ਹੁਣ ਇਹਦੇ ਜਿੱਥੇ ਆਪਾਂ ਗੱਲ ਕਰਦੇ ਪਏ ਸੀ ਕਿ ਬਾ ਧੁਨੀ ਗੋਸ਼ ਹੋਣ ਕਰਕੇ ਆ ਸਵਰ ਦੀ ਜਿਹੜੀ ਬਾਰਬਰਤਾ ਤੇ ਜਿਹੜਾ ਭਾਰਾਪਣ ਹੈ ਉਹ ਵੱਧ ਜਾਂਦਾ ਹੈ, ਜਿਹਦਾ ਕਰਕੇ ਆਬ ਸ਼ਬਦ ਦਾ ਸੰਚਾਰ ਜਿਹੜਾ ਆਪ ਦੇ ਮੁਕਾਬਲੇ ਤੇ ਥੋੜਾ ਤੀਖਣ ਹੁੰਦਾ ਹੈ। ਅੱਗੇ ਆ ਜਾਂਦੀ ਹੈ ਸ਼੍ਰਵਣੀ ਧੁਨੀ ਵਿਗਿਆਨ, ਸਾਡੇ ਕੋਲ ਅਗਲੀ ਜਿਹੜੀ ਇਹਦੀ ਸ਼ਾਖਾ ਆ ਜਾਂਦੀ ਹੈ ਧੁਨੀ ਵਿਗਿਆਨ ਦੀ। ਇਹਦੇ ਵਿੱਚ ਕੰਨਾਂ ਤੇ ਦਿਮਾਗ ਦੀ ਜਿਹੜੀ ਭੂਮਿਕਾ ਆ ਉਹ ਮੁੱਖ ਰਹਿੰਦੀ ਹੈ। ਇਹਦੇ ਵਿੱਚ ਜਿਹੜੇ ਇਹਦੇ ਤੰਤੂ ਪ੍ਰਕਿਰਿਆ ਹੁੰਦੀ ਹੈ, ਉਹਦੇ ਮੁੱਖ ਵਾਹਕ ਜਿਹੜੇ ਤੰਤੂ ਹੀ ਹੁੰਦੇ ਨੇ ਇਸ ਪ੍ਰਕਿਰਿਆ ਦੇ ਵਿੱਚ। ਕੰਨਾਂ ਤੋਂ ਜਿਹੜੀ ਪ੍ਰਾਪਤ ਕਰਨ ਵਾਲੀ ਧੁਨੀ ਹੈ ਉਹਨੂੰ ਦਿਮਾਗ ਤੱਕ ਇਹੀ ਪਹੁੰਚਾਉਂਦੇ ਨੇ, ਤੇ ਤੰਤੂ ਦਾ ਕਮਜ਼ੋਰ ਹੋਣਾ ਜਾਂ ਸ਼ਕਤੀਸ਼ਾਲੀ ਹੋਣਾ ਜਿਹੜਾ ਹੈ ਇਹ ਸ਼੍ਰਵਣ ਪ੍ਰਕਿਰਿਆ ਤੇ ਨਿਰਭਰ ਕਰਦਾ ਹੈ। ਜਿਵੇਂ ਸਾਨੂੰ ਕਿਸੇ ਵੇਲੇ ਆਪਾਂ ਜਦੋਂ ਆਪਣੇ ਸਰਕਲ ਦੇ ਵਿੱਚ ਉੱਠਦੇ ਬਹਿੰਦੇ ਆ ਤਾਂ ਉੱਥੇ ਕੁਝ ਸ਼ਬਦਾਂ ਨੂੰ, ਜਿਵੇਂ ਮੈਂ ਐਗਜ਼ਾਮਪਲਾਂ ਵੀ ਦਿੱਤੀਆਂ ਹੋਈਆਂ, ਕੁਝ ਲੋਕ ਜਿਹੜੇ ਨੇ ਉਹ ਧੁਨੀ ਵਟਾਂਦਰੇ ਦੇ ਨਾਲ ਬੋਲ ਦਿੰਦੇ ਨੇ, ਜਿਵੇਂ ਚਾਕੂ ਤੇ ਕਾਚੂ। ਉੱਥੇ ਹੁਣ ਸਾਨੂੰ ਲੱਗਦਾ ਹੈ ਕਿ ਉਹ ਬੰਦਾ ਜਿਹੜਾ ਉਹ ਗਲਤ ਬੋਲਦਾ ਪਿਆ ਹੈ, ਜਾਂ ਉਹਨੂੰ ਸਮਝ ਨਹੀਂ ਹੈਗੀ, ਜਾਂ ਉਹਨੂੰ ਪਤਾ ਨਹੀਂ ਹੈਗਾ। ਕਿਸੇ ਵੇਲੇ ਉਹ ਹਾਸੋਹੀਣੀ ਦੀ ਸਥਿਤੀ ਵੀ ਬਣ ਜਾਂਦੀ ਹੈ। ਅਦਰਕ, ਅਦਕਰ, ਸਿਗਰਟ, ਸਿਰਗਟ, ਰਸੋਈ, ਸਰੋਈ, ਇਹ ਛੋਟੇ ਬੱਚਿਆਂ ਦੇ ਵਿੱਚ ਜਿਹੜੀ ਇਹ ਚੀਜ਼ ਹੈ ਪਾਈ ਜਾਂਦੀ ਹੈ। ਸਰ ਹਾਂਜੀ ਠੀਕ ਹੈ। ਰਸੋਈ, ਸਰੋਈ, ਪੈਕਟ, ਪੈਟਿਕ। ਇਹ ਹੁਣ ਧੁਨੀ ਵਟਾਂਦਰੇ ਦੀ ਸਮੱਸਿਆ ਜਿਹੜੀ ਹੈ ਇਹ ਕਿਉਂ ਆਉਂਦੀ ਹੈ ਕਿ ਜਿਹੜੀ ਤੰਤੂ ਪ੍ਰਕਿਰਿਆ ਹੈ ਉਹ ਕਿਤੇ ਨਾ ਕਿਤੇ ਸੁਣਨ ਸ਼ਕਤੀ ਦੇ ਵਿੱਚ ਜ਼ਿਆਦਾ ਨਹੀਂ, ਜਿਵੇਂ ਅਸੀਂ ਕਹਿ ਲੈਂਦੇ ਹਾਂ ਜ਼ਿਆਦਾ ਹੋਵੇ ਤਾਂ ਉਹਨੂੰ ਤਾਂ ਅਸੀਂ ਮਤਲਬ ਉਹਦੀ ਸਮਝਣ ਸ਼ਕਤੀ ਤੇ ਵੀ ਸਵਾਲ ਚਿੰਨ੍ਹ ਜਿਹੜਾ ਲਾ ਸਕਦੇ ਹਾਂ, ਪਰ ਭਾਸ਼ਾ ਵਿਗਿਆਨਕ ਸ਼ਬਦਾਵਲੀ ਦੇ ਵਿੱਚ ਇਹਨੂੰ ਅਫੇਜ਼ੀਆ ਕਿਹਾ ਜਾਂਦਾ ਹੈ। ਇਹ ਤੰਤੂਆਂ ਦੀ ਕਮਜ਼ੋਰ ਸਥਿਤੀ ਦੀ ਜਿਹੜੀ ਹੈ ਅਲਾਮਤ ਹੁੰਦੀ ਹੈ ਕਿ ਚਾਕੂ ਨੂੰ ਕਾਚੂ ਉਚਾਰਨਾ, ਅਦਰਕ ਨੂੰ ਅਦਕਰ ਉਚਾਰਨਾ, ਸਿਗਰਟ ਨੂੰ ਸਿਰਗਟ ਬੋਲਣਾ, ਰਸੋਈ ਨੂੰ ਸਰੋਈ, ਪੈਕੇਟ ਨੂੰ ਪੈਟਿਕ। ਇਹ ਕਿਤੇ ਨਾ ਕਿਤੇ ਜੇ ਉਹਨਾਂ ਦੇ ਵਿੱਚ ਆਪਾਂ ਸੁਧਾਰ ਕਰਨਾ ਚਾਹੀਏ ਤਾਂ ਬੜੇ ਆਰਾਮ ਦੇ ਨਾਲ ਹੋ ਵੀ ਜਾਂਦਾ ਹੈ, ਕਿਉਂਕਿ ਉਹ ਅਚੇਤ ਪੱਧਰ ਤੇ ਇਹਨਾਂ ਚੀਜ਼ਾਂ ਦਾ ਜਿਹੜਾ ਉਚਾਰਨ ਹੈ ਉਹ ਕਰ ਜਾਂਦੇ ਨੇ, ਭਾਵੇਂ ਬੱਚੇ ਵੀ ਹੋਣ, ਬਜ਼ੁਰਗ ਵੀ। ਮੈਂ ਕਈਆਂ ਨੂੰ ਪੈਟਿਕ ਵਾਲੀ ਜਿਹੜੀ ਐਗਜ਼ਾਮਪਲ ਹੈ ਮੈਂ ਬਹੁਤੇ ਬਜ਼ੁਰਗਾਂ ਤੋਂ ਚੱਕੀ ਹੈ ਕਿ ਉਹ ਪੈਕੇਟ ਨੂੰ ਪੈਟਿਕ ਕਹਿ ਰਹੇ ਨੇ। ਰਸੋਈ ਵਾਲੀ ਜਿਹੜੀ ਹੈ ਇਹ ਬੱਚਿਆਂ ਤੋਂ ਲਈ ਹੈ, ਉਹ ਉਹਨਾਂ ਨੂੰ ਇਹ ਨਹੀਂ ਪਤਾ ਜੇ ਕਿ ਇਹ ਰਸੋਈ ਤੋਂ ਕੋਈ ਲੈ ਕੇ ਆਓ ਤਾਂ ਉਹ ਕਹਿੰਦੇ ਨੇ ਸਰੋਈ ਤੋਂ ਪਾਣੀ ਪੀਣਾ। ਸਿਗਰਟ, ਸਿਰਗਟ, ਇਹ ਬਹੁਤੇ ਯੰਗਸਟਰ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਮਿਲ ਜਾਂਦੀਆਂ, ਉਹ ਅਚੇਤ ਪੱਧਰ ਤੇ ਬੋਲ ਜਾਂਦੇ। ਅਦਕਰ ਨੂੰ ਅਦਰਕ, ਅਦਰਕ ਨੂੰ ਅਦਕਰ, ਕਾਚੂ, ਚਾਕੂ, ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਸਮੱਸਿਆ ਹੈ ਉਹ ਬਣੀ ਰਹਿੰਦੀ ਹੈ। ਅਗਲੀ ਸਾਡੇ ਕੋਲੇ ਧੁਨੀ ਦੀ ਜਿਹੜੀ ਵਿਸ਼ਲੇਸ਼ਣ ਕਰਨ ਦੀ ਇਕਾਈ ਆਉਂਦੀ ਹੈ, ਮੈਥਡ ਆਉਂਦਾ ਆ, ਉਹ ਹੈ ਸਾਡੇ ਕੋਲੇ ਧੁਨੀ ਵਿਨੋਦ ਫੋਨੋਲੋਜੀ। ਧੁਨੀ ਵਿਗਿਆਨ ਹੁੰਦਾ ਹੈ ਜਦੋਂ ਅਸੀਂ ਕਿਤੇ ਬਹੁਤ ਸਾਰੀਆਂ ਭਾਸ਼ਾਵਾਂ ਦਾ ਸਾਂਝਾ ਅਧਿਐਨ ਕਰਨਾ ਹੋਵੇ ਤਾਂ ਉਹਨੂੰ ਆਪਾਂ ਧੁਨੀ ਵਿਗਿਆਨ ਦੇ ਅੰਤਰਗਤ ਲੈ ਲੈਂਦੇ ਹਾਂ। ਪਰ ਜਦੋਂ ਕਿਸੇ ਇੱਕ ਖਾਸ ਭਾਸ਼ਾ ਦੀਆਂ ਧੁਨੀਆਂ ਦਾ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਉਹਨੂੰ ਅਸੀਂ ਧੁਨੀ ਵਿਉਂਤ ਦੇ ਅੰਦਰ ਰੱਖਦੇ ਹਾਂ। ਧੁਨੀ ਵਿਉਂਤ ਦੀ ਜਿਹੜੀ ਮੁੱਖ ਇਕਾਈ ਹੈ ਉਹ ਧੁਨੀਮ ਹੈ, ਜਿਹਨੂੰ ਫਨੀਮ ਆਖਿਆ ਜਾਂਦਾ ਹੈ। ਧੁਨੀ ਵਿਉਂਤ ਕਿਸੇ ਖਾਸ ਭਾਸ਼ਾ ਦੀਆਂ ਵਿਸ਼ੇਸ਼ ਧੁਨੀਆਂ ਦਾ ਜਿਹੜਾ ਵਿਸ਼ਲੇਸ਼ਣ ਹੈ ਇਹਦੇ ਵਿੱਚ ਕੀਤਾ ਜਾਂਦਾ ਹੈ। ਜਿਵੇਂ ਅਸੀਂ ਧੁਨੀ ਵਿਗਿਆਨ ਦੇ ਵਿੱਚ ਜੇ ਲੈਣਾ ਹੋਵੇ ਕਿ ਪਾ, ਪੀ ਤੇ ਪਾ, ਇਹ ਦੋਨੋਂ ਧੁਨੀਆਂ ਜਿਹੜੀਆਂ ਨੇ ਸਾਡੇ ਕੋਲੇ ਦੋ ਹੋਠੀ, ਅਲਪ ਪ੍ਰਾਣ, ਅਘੋਸ਼ ਤੇ ਡਕਵੀਆਂ ਧੁਨੀਆਂ ਨੇ। ਪਰ ਜੇ ਇਹਨਾਂ ਦੀ ਆਪਾਂ ਧੁਨੀ ਵਿਉਂਤ ਦੀ ਗੱਲ ਕਰਦੇ ਹਾਂ ਤਾਂ ਉਹ ਅਲੱਗ-ਅਲੱਗ ਹੈ। ਜਿਵੇਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਪੀ ਜਿਹੜੀ ਧੁਨੀ ਹੈ, ਸਾਊਂਡ ਹੈ, ਇਹ PH ਫ ਵਾਂਗ ਵੀ ਉਚਾਰੀ ਜਾਂਦੀ ਹੈ। ਫ, ਇਹਦਾ ਉਚਾਰਨ ਫ ਦੇ ਵਾਂਗ ਵੀ ਸਾਨੂੰ ਮਿਲਦਾ ਹੈ। ਪਰ ਜੇ ਅਸੀਂ ਪੰਜਾਬੀ ਧੁਨੀ ਵਿਉਂਤ ਦੀ ਗੱਲ ਕਰਦੇ ਹਾਂ ਤੇ ਉੱਥੇ ਜਿਹੜਾ ਪ ਹੈ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਦੇ ਵਿੱਚ, ਸ਼ਬਦ ਦੇ ਆਰੰਭ ਵਿੱਚ, ਸ਼ਬਦ ਦੇ ਵਿਚਕਾਰ ਤੇ ਸ਼ਬਦ ਦੇ ਅੰਤ ਤੇ ਪ ਵਾਂਗ ਹੀ ਉਚਾਰਿਆ ਜਾਂਦਾ ਹੈ। ਇਹ ਹੈ ਕਿਸੇ ਭਾਸ਼ਾ ਦੀ ਧੁਨੀ ਵਿਉਂਤ ਜਦੋਂ ਅਸੀਂ ਸਿਰਫ ਪਾਰਟਿਕੂਲਰ ਭਾਸ਼ਾਵਾਂ ਦੀਆਂ ਧੁਨੀਆਂ ਦਾ ਅਧਿਐਨ ਕਰਦੇ ਹਾਂ। ਜੇ ਅਸੀਂ ਪੰਜਾਬੀ ਧੁਨੀ ਵਿਉਂਤ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਅਸੀਂ ਪੰਜਾਬੀ ਧੁਨੀਆਂ ਦਾ ਹੀ ਵਿਸ਼ਲੇਸ਼ਣ ਕਰਾਂਗੇ। ਹੁਣ ਪੰਜਾਬੀ ਧੁਨੀ ਵਿਉਂਤ, ਜਿਹਨੂੰ ਅੱਗੇ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ, ਖੰਡੀ ਧੁਨੀਆਂ ਤੇ ਪ੍ਰਾਖੰਡੀ ਧੁਨੀਆਂ।
ਖੰਡੀ ਧੁਨੀਆਂ ਉਹ ਧੁਨੀਆਂ ਹੁੰਦੀਆਂ ਜਿਹੜੀਆਂ ਧੁਨੀਆਂ ਖੰਡ ਕਰਕੇ ਵੇਖੀਆਂ ਜਾ ਸਕਦੀਆਂ, ਜਿਨ੍ਹਾਂ ਦਾ ਵਿਸ਼ਲੇਸ਼ਣ ਜਿਹੜਾ ਕੀਤਾ ਜਾ ਸਕਦਾ ਹੈ। ਹੁਣ ਪ੍ਰਾਖੰਡੀ ਧੁਨੀਆਂ ਕਿਹੜੀਆਂ ਧੁਨੀਆਂ ਹੁੰਦੀਆਂ? ਜਿਹੜੀਆਂ ਖੰਡੀ ਧੁਨੀਆਂ ਦੇ ਨਾਲ ਲੱਗ ਕੇ ਹੀ ਸਾਕਾਰ ਹੁੰਦੀਆਂ, ਇਹਨਾਂ ਨੂੰ ਵੱਖਰਾ ਵੱਖਰਾ ਕਰਕੇ ਜਾਂ ਖੰਡ ਕਰਕੇ ਇਹਨਾਂ ਦਾ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ। ਖੰਡੀ ਧੁਨੀਆਂ ਨੂੰ ਅੱਗੋਂ ਅਸੀਂ ਫਿਰ 3 ਭਾਗਾਂ ਦੇ ਵਿੱਚ ਇਹਨਾਂ ਦਾ ਵਰਗੀਕਰਨ ਕਰਦੇ ਹਾਂ: ਸਵਰ, ਅਰਧ ਸਵਰ ਤੇ ਵਿਅੰਜਨ। ਹੁਣ ਸਵਰ ਧੁਨੀਆਂ ਕਿਹੜੀਆਂ ਧੁਨੀਆਂ ਹੁੰਦੀਆਂ? ਸਵਰ ਧੁਨੀਆਂ ਉਹ ਧੁਨੀਆਂ ਹੁੰਦੀਆਂ ਜਿਹੜੀਆਂ ਅਜਿਹੀਆਂ ਧੁਨੀਆਂ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਦੇ ਵਿੱਚੋਂ ਆਉਂਦੀ ਹਵਾ ਮੂੰਹ ਰਸਤੇ ਬਿਨਾਂ ਕਿਸੇ ਰੁਕਾਵਟ ਦੇ ਬਾਹਰ ਨਿਕਲ ਜਾਵੇ, ਉਹਨਾਂ ਨੂੰ ਸਵਰ ਧੁਨੀਆਂ ਆਖੀਆਂ ਜਾਂਦੀਆਂ। ਇਹ ਸਭ ਤੋਂ ਸੌਖੀ ਜਿਹੜੀ ਪਰਿਭਾਸ਼ਾ ਇਹਦੀ ਦਿੱਤੀ ਜਾ ਸਕਦੀ ਹੈ ਕਿ ਫੇਫੜਿਆਂ ਵਿੱਚੋਂ ਆਉਣ ਵਾਲੀ ਹਵਾ ਮੂੰਹ ਰਸਤੇ ਜਦੋਂ ਬਿਨਾਂ ਕਿਸੇ ਰੁਕਾਵਟ ਦੇ ਬਾਹਰ ਨਿਕਲ ਜਾਵੇ ਤਾਂ ਅਜਿਹੇ ਢੰਗ ਨਾਲ ਉਚਾਰੀਆਂ ਗਈਆਂ ਧੁਨੀਆਂ ਨੂੰ ਸਵਰ ਧੁਨੀਆਂ ਜਿਹੜਾ ਆਖਿਆ ਜਾਂਦਾ ਹੈ। ਹੁਣ ਸਵਰਾਂ ਦਾ ਜਿਹੜਾ ਵਰਗੀਕਰਨ ਹੈ 3 ਤਰ੍ਹਾਂ ਦੇ ਨਾਲ ਕੀਤਾ ਜਾਂਦਾ ਹੈ। ਇੱਥੇ ਮੈਂ ਲਿਖ ਨਹੀਂ ਪਾਈ। ਇਹ ਸਾਡੇ ਕੋਲੇ ਪੰਜਾਬੀ ਦੇ 10 ਸਵਰ। ਬੇਸਿਕਲੀ ਪ੍ਰੋਬਲਮ ਕਿੱਥੇ ਆਉਂਦੀ ਹੈ? ਇਹ ਕਾਲਜ ਪੱਧਰ ਤੇ ਸਕੂਲ ਪੱਧਰ ਤੇ, ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚ ਇਹ ਜਿਹੜੀ ਗਲਤੀ ਆਮ ਵੇਖਣ ਨੂੰ ਮਿਲੀ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਭਾਸ਼ਾ ਦੇ ਕਿੰਨੇ ਸਵਰ ਨੇ, ਤਾਂ ਉੱਥੇ ਗਿਣਤੀ ਕਿਤਾਬਾਂ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਤੇ ਮੌਖਿਕ ਰੂਪ ਦੇ ਵਿੱਚ ਜੇ ਸੁਣਦੇ ਆ ਤਾਂ ਸਾਨੂੰ 3 ਕਹਿੰਦੇ ਨੇ ਸਾਰੇ ਬੱਚੇ। ਹਮੇਸ਼ਾ ਜਵਾਬ ਦੇਣਗੇ 3। ਕਿਤਾਬਾਂ ਦੇ ਉੱਤੇ ਲਿਖਿਆ ਹੋਏਗਾ 3, ਊੜਾ, ਐੜਾ ਤੇ ਈੜੀ। ਇਹ ਸਵਰ ਨਹੀਂ ਹੈ, ਇਹ ਸਵਰ ਵਾਹਕ ਨੇ ਜਿਨ੍ਹਾਂ ਤੋਂ ਅੱਗੇ ਪੰਜਾਬੀ ਦੇ 10 ਸਵਰ ਜਿਹੜੇ ਨੇ ਉਹ ਆਉਂਦੇ ਨੇ, ਜਿਨ੍ਹਾਂ ਨੂੰ ਕਿ ਅਸੀਂ ਸਾਹਮਣੇ ਸਕਰੀਨ ਤੇ ਦੇਖਦੇ ਪਏ। ਪੰਜਾਬੀ ਦੇ ਸਵਰਾਂ ਦੀ ਗਿਣਤੀ 10 ਹੈ। ਪੰਜਾਬੀ ਦੇ ਸਵਰ ਵਾਹਕ 3 ਨੇ ਜਿਹੜੇ ਸਾਨੂੰ ਅੱਗੋਂ ਇਹਨਾਂ ਸਵਰਾਂ ਦੇ ਨਾਲ ਜੋੜਦੇ ਨੇ। ਹੁਣ ਸਵਰਾਂ ਦਾ ਵਰਗੀਕਰਨ ਅਸੀਂ 3 ਆਧਾਰਾਂ ਤੇ ਕਰਦੇ ਹਾਂ: ਜੀਭ ਦੀ ਉਚਾਈ ਦੇ ਆਧਾਰ ਤੇ, ਜੀਭ ਦੀ ਸਥਿਤੀ ਦੇ ਆਧਾਰ ਤੇ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ। ਜੀਭ ਦੀ ਸਥਿਤੀ ਦੇ ਆਧਾਰ ਤੇ ਜਿਹੜੇ ਨੇ ਅਗਲੇ, ਵਿਚਕਾਰਲੇ ਤੇ ਪਿਛਲੇ ਸਵਰ, ਇਹਨਾਂ ਨੂੰ ਅੱਗੋਂ ਅਸੀਂ 3 ਤਰ੍ਹਾਂ ਦੇ ਨਾਲ ਪਰਿਭਾਸ਼ਿਤ ਕਰਦੇ ਹਾਂ ਕਿ ਜੀਭ ਦੀ ਸਥਿਤੀ ਦੇ ਆਧਾਰ ਤੇ ਅਗਲੇ, ਵਿਚਕਾਰਲੇ ਤੇ ਪਿਛਲੇ। ਇਹ ਅਗਲੇ, ਵਿਚਕਾਰਲੇ ਤੇ ਪਿਛਲੇ, ਇਹਨਾਂ ਦਾ 3 ਤਰ੍ਹਾਂ ਦੇ ਨਾਲ ਜੀਭ ਦੀ ਸਥਿਤੀ ਦੇ ਆਧਾਰ ਤੇ ਵਰਗੀਕਰਨ ਕੀਤਾ ਜਾਂਦਾ ਹੈ। ਜਦੋਂ ਅਸੀਂ ਜੀਭ ਦੀ ਉਚਾਈ ਦੇ ਆਧਾਰ ਤੇ ਲੈਂਦੇ ਹਾਂ, ਉੱਚੇ, ਅਰਧ ਉੱਚੇ, ਅਰਧ ਨੀਵੇਂ ਤੇ ਨੀਵੇਂ। ਉੱਚੇ ਸਵਰਾਂ ਦੇ ਵਿੱਚ ਈ, ਊ, ਊ। ਮੈਨੂੰ ਲੱਗਦਾ ਮੇਰੀ ਆਵਾਜ਼ ਫੇਰ ਚਲੇਗੀ। ਤੂੰ ਫੋਨ ਹੀ ਲਿਆ ਫਿਰ। ਹੈਲੋ, ਮੇਰੀ ਆਵਾਜ਼ ਆ ਰਹੀ ਹੈ ਜੀ? यस मैम, आ रही है अभी। ठीक है। उच्चे स्वर ई, ऊ, अर्ध उच्चे ई, ऊ, अर्ध नीवे दे विच ए, अ मुक्ता, ओ नीवे ਐ, ਆ ਤੇ ਆਓ। ਇਹ ਜੀਭ ਦੀ ਉਚਾਈ ਦੇ ਆਧਾਰ ਤੇ ਇਹਨਾਂ ਦਾ ਵਰਗੀਕਰਨ ਕੀਤਾ ਜਾਂਦਾ 4 ਭਾਗਾਂ ਦੇ ਵਿੱਚ ਵੰਡ ਕੇ: ਉੱਚੇ, ਅਰਧ ਉੱਚੇ, ਅਰਧ ਨੀਵੇਂ ਅਤੇ ਨੀਵੇਂ। ਫਿਰ ਅੱਗੋਂ ਅਸੀਂ ਲੈਂਦੇ ਆ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ। ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਇਹਨੂੰ ਅੱਗੋਂ 2 ਤਰ੍ਹਾਂ ਦੇ ਨਾਲ ਇਹਨਾਂ ਨੂੰ ਵੰਡਿਆ ਜਾਂਦਾ ਹੈ: ਗੁਲਾਈ ਰਹਿਤ ਅਤੇ ਗੁਲਾਈ ਸਹਿਤ। ਜਿਨ੍ਹਾਂ ਨੂੰ ਉਚਾਰਦੇ ਸਮੇਂ ਜਿਹੜੇ ਬੁੱਲ ਨੇ ਗੋਲ ਸ਼ਕਲ ਅਖਤਿਆਰ ਕਰਦੇ ਨੇ ਉਹਨਾਂ ਨੂੰ ਗੁਲਾਈਦਾਰ, ਤੇ ਜਿਨ੍ਹਾਂ ਨੂੰ ਉਚਾਰਦੇ ਸਮੇਂ ਬੁੱਲ ਲੇਟਵੇਂ ਰੁੱਖ 'ਚ ਰਹਿੰਦੇ ਨੇ ਉਹਨਾਂ ਨੂੰ ਗੁਲਾਈ ਰਹਿਤ ਸਵਰ ਜਿਹੜਾ ਉਹ ਆਖਿਆ ਜਾਂਦਾ ਹੈ। ਹੁਣ ਗੁਲਾਈਦਾਰ ਕਿਹੜੇ ਕਿਹੜੇ ਨੇ? ਊ, ਊ, ਓ ਤੇ ਆਓ। ਬਾਕੀ ਸਾਰੇ ਜਿਹੜੇ ਨੇ ਇਹ ਗੁਲਾਈ ਰਹਿਤ ਨੇ। 4 ਸਵਰ ਸਾਡੇ ਕੋਲੇ ਆਉਂਦੇ ਨੇ ਗੁਲਾਈਦਾਰ ਤੇ 6 ਸਵਰ ਸਾਡੇ ਕੋਲ ਆਉਂਦੇ ਨੇ ਗੁਲਾਈ ਰਹਿਤ।
ਇਸ ਤੋਂ ਅੱਗੇ ਆਉਂਦੀਆਂ ਨੇ ਖੰਡੀ ਧੁਨੀ ਵਿਓਨ ਦੇ ਵਿੱਚ ਆਉਂਦੇ ਨੇ ਵਿਅੰਜਨ, ਸਵਰ, ਅਰਧ ਸਵਰ ਤੇ ਵਿਅੰਜਨ। 3 ਭਾਗਾਂ ਦੇ ਵਿੱਚ ਇਹਨਾਂ ਦਾ ਵਰਗੀਕਰਨ ਖੰਡੀ ਧੁਨੀਆਂ ਦਾ ਜਿਹੜਾ ਕੀਤਾ ਜਾਂਦਾ ਹੈ। ਹੁਣ ਵਿਅੰਜਨ ਧੁਨੀਆਂ ਕਿਹੜੀਆਂ ਧੁਨੀਆਂ ਹੁੰਦੀਆਂ ਨੇ? ਜਿਨ੍ਹਾਂ ਦੇ ਅਜਿਹੀਆਂ ਧੁਨੀਆਂ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦੀ ਹਵਾ ਕਿਸੇ ਨਾ ਕਿਸੇ ਉਚਾਰਨ ਸਥਾਨ ਤੇ ਥੋੜੀ ਮਾਤਰਾ ਵਿੱਚ ਰੁਕ ਕੇ ਜਾਂ ਪੂਰੀ ਮਾਤਰਾ ਵਿੱਚ ਰੁਕ ਕੇ ਬਾਹਰ ਨਿਕਲੇ ਤਾਂ ਉਹਨਾਂ ਨੂੰ ਵਿਅੰਜਨ ਧੁਨੀਆਂ ਜਿਹੜਾ ਆਖਿਆ ਜਾਂਦਾ ਹੈ। ਵਿਅੰਜਨਾਂ ਦਾ ਵਰਗੀਕਰਨ ਜਿਹੜਾ 3 ਤਰ੍ਹਾਂ ਦੇ ਨਾਲ ਕੀਤਾ ਜਾਂਦਾ ਹੈ। ਇੱਕ ਉਚਾਰਨ ਸਥਾਨ ਤੇ, ਉਚਾਰਨ ਰੋਕ ਤੇ ਉਚਾਰਨ ਲਹਿਜੇ ਤੇ। ਉਚਾਰਨ ਸਾਡੇ ਕੋਲੇ ਪੰਜਾਬੀ ਭਾਸ਼ਾ ਦੇ ਵਿੱਚ ਕੁੱਲ 29 ਵਿਅੰਜਨ ਧੁਨੀਆਂ ਨੇ। ਹੁਣ ਉਚਾਰਨ ਸਥਾਨ ਕਿਹੜੇ ਕਿਹੜੇ ਨੇ? 2 ਹੋਠੀ, ਦੰਤੀ, ਉਲਟ ਜੀਬੀ, ਤਾਲਵੀ, ਕੰਠੀ ਤੇ ਸੁਰਯੰਤਰੀ। 2 ਹੋਠੀ ਜਿਹੜੇ 2 ਬੁੱਲਾਂ ਦੇ ਨਾਲ ਉਚਾਰੇ ਜਾਣ ਵਾਲੇ, ਅਘੋਸ਼ ਤੇ ਸਗੋਸ਼, ਅਲਪ ਪ੍ਰਾਣ ਤੇ ਮਹਾਪ੍ਰਾਣ। ਪ, ਬ, ਫ, ਮ, ਇਹ ਜਿਹੜੇ ਨੇ 2 ਹੋਠੀ ਵਿਅੰਜਨ ਨੇ ਜਿਨ੍ਹਾਂ ਨੂੰ 2 ਬੁੱਲਾਂ ਦੇ ਨਾਲ ਉਚਾਰਿਆ ਜਾਂਦਾ ਹੈ। ਪ ਜਿਹੜਾ ਆ ਅਘੋਸ਼ ਹੈ, ਸ ਜਿਹੜਾ ਹੈ ਅਘੋਸ਼ ਹੈ। ਪ ਅਲਪ ਪ੍ਰਾਣ ਉਹ ਵਿਅੰਜਨ ਜਿਨ੍ਹਾਂ ਨੂੰ ਉਚਾਰਨ ਸਮੇਂ ਹਵਾ ਜਿਹੜੀ ਹੈ ਘੱਟ ਮਾਤਰਾ ਵਿੱਚ ਜਿਹੜੀ ਬਾਹਰ ਨਿਕਲਦੀ ਹੈ ਉਹਨਾਂ ਨੂੰ ਅਲਪ ਪ੍ਰਾਣ ਆਖਿਆ ਜਾਂਦਾ ਹੈ। ਜਦੋਂ ਨਾਦ ਤੰਤਰੀਆਂ ਦੀ ਸਥਿਤੀ ਜਿਹੜੀ ਹੈ ਉਹ ਨਾਦ ਜੰਤਰ ਜਦੋਂ ਖੁੱਲਿਆ ਹੁੰਦਾ ਹੈ ਤਾਂ ਉਸ ਸਮੇਂ ਜਿਹੜੀ ਹਵਾ ਵਾ ਬਿਨਾਂ ਰੁਕਾਵਟ ਤੋਂ ਬਾਹਰ ਨਿਕਲ ਜਾਂਦੀ ਹੈ ਥੋੜੀ ਮਾਤਰਾ ਵਿੱਚ, ਤਾਂ ਉਦੋਂ ਅਘੋਸ਼ ਧੁਨੀਆਂ ਜਿਹੜੀਆਂ ਉਹਨਾਂ ਦਾ ਉਚਾਰਨ ਹੁੰਦਾ ਹੈ। ਪ, ਬ, ਫ, ਦੰਤੀ, ਟ, ਡ, ਥ। ਉਲਟ ਜੀਬੀ ਜਿਨ੍ਹਾਂ ਨੂੰ ਉਚਾਰਦੇ ਸਮੇਂ ਜੀਭ ਜਿਹੜੀ ਹੈ ਉਲਟ ਫੇਰ ਲੈਂਦੀ ਹੈ, ਟ, ਠ, ਡ। ਤਾਲਵੀ, ਚ ਜਦੋਂ ਜੀਭ ਉੱਪਰ ਵਾਲੇ ਤਾਲੂ ਨੂੰ ਛੂੰਹਦੀ ਹੈ, ਚ, ਛ ਤੇ ਜ। ਕੰਠੀ ਜਿਨ੍ਹਾਂ ਨੂੰ ਸੰਘ ਪੋਲ ਵਿੱਚੋਂ ਕੰਠ ਵਿੱਚੋਂ ਉਚਾਰਿਆ ਜਾਂਦਾ ਹੈ, ਕ, ਖ, ਗ, ङ। ਜਿਹੜਾ ਪਿਛਲੇ ਲੈਕਚਰ ਦੇ ਵਿੱਚ ਵੀ ਇੱਕ ਸਵਾਲ ਕੀਤਾ ਸੀਗਾ ਕਿ ਅੰਗਾ, ਇਹਦਾ ਉਚਾਰਨ ਅੰਗਾ ਨਹੀਂ ਹੈ। ਇਹ ਸਾਨੂੰ ਉਪਭਾਸ਼ਾਈ ਪੱਧਰ ਤੇ ਵਖਰੇਵੇਂ ਮਿਲਦੇ ਨੇ। ਕਿਤੇ ਇਹਨੂੰ ਅੰਗਾ ਉਚਾਰਿਆ ਜਾਂਦਾ, ਕਿਤੇ ਨੰਗਾ ਹੀ ਕਹੀ ਜਾਂਦੇ, ਨੰਗਾ ਵੀ ਕਹਿ ਦਿੰਦੇ ਨੇ, ਪਰ ਇਹਦਾ ਅਸਲ ਵਿੱਚ ਉਚਾਰਨ ਜਿਹੜਾ ਹੈ ङ ਹੈ, ङ। ਫਿਰ ਇਹਨਾਂ ਨੂੰ ਉਚਾਰਨ ਰੋਕ ਦੇ ਆਧਾਰ ਤੇ 2 ਭਾਗਾਂ ਦੇ ਵਿੱਚ ਡਕਵੀਂ ਤੇ ਅਡਕਵੀਂ। ਅਡਕਵੇਂ ਵਿਅੰਜਨ ਅੱਗੋਂ ਨਾਸਕੀ, ਪਾਰਸ਼ਵਿਕ, ਟ੍ਰਿਲ, ਫਲੈਪ, ਸੰਘਰਸ਼ੀ ਤੇ ਅਰਧ ਸਵਰਾਂ ਦੇ ਵਿੱਚ ਵੰਡੇ ਜਾਂਦੇ ਨੇ। ਹੁਣ ਨਾਸਕੀ ਮ, ਨ, ਮਾਫ ਕਰਨਾ ਇੱਥੇ ਨ ਆਣਾ ਸੀਗਾ ਔਰ ਨਾ ਲਿਖਤਾ। ਦੰਤੀ ਜਿਹੜਾ ਨ ਹੈ, ਮ, ਨ, ਨ, ñ ਤੇ ङ। ਇਹਦਾ ਉਚਾਰਨ ਜਿਹੜਾ ਹੈ ङ ਤੇ ñ ਦਾ, ਮੈਂ ਜਦੋਂ ਆਪਣੀ PhD ਦਾ ਖੋਜ ਕਾਰਜ ਕੀਤਾ ਹੈ ਤਾਂ ਉਹਦੇ ਵਿੱਚ ਮੈਂ ਜਦੋਂ ਫੀਲਡ ਵਰਕ ਦੇ ਵਿੱਚ ਡਾਟਾ ਲਿਆ, ਮਾਝੇ ਦੇ ਵਿੱਚ ਵੀ ङ ਉਚਾਰਿਆ ਜਾਂਦਾ ਹੈ। ਕਿਉਂਕਿ ਜਦੋਂ ਸਾਡੀਆਂ ਦਾਦੀਆਂ ਤੇ ਨਾਨੀਆਂ ਸਾਨੂੰ ਸਖਤ ਸ਼ਬਦਾਵਲੀ ਦੇ ਵਿੱਚ ਕੋਈ ਵਾਰਨਿੰਗ ਦਿੰਦੀਆਂ ਨੇ ਤਾਂ ਉਹ ਸਾਨੂੰ ਇਦਾਂ ਨਹੀਂ ਕਹਿੰਦੀਆਂ ਕਿ ਤੇਰੀਆਂ ਟੰਗਾਂ ਭੰਨਾ, ਉਹ ਕਹਿੰਦੀਆਂ ਇੱਧਰ ਆ ਤੇਰੀਆਂ ਟੰਗਾਂ ਭੰਨਾ। ङ ਸ਼ਬਦ ਵਰਤਦੀਆਂ ਨੇ। ਉਹ ਅੱਜ ਵੀ ਜੰਝ ਨਹੀਂ ਕਹਿੰਦੀਆਂ, ਉਹ ਜੰਝ ਕਹਿੰਦੀਆਂ ਨੇ। ਜੰਨੇ ਜਾਣਾ, ਜੰਨੇ, ਇਹ ਜੰਨੇ, ñ ਵਰਤਿਆ ਜਾਂਦਾ ਉੱਥੇ। ਅਜੇ ਵੀ ਕਿਤੇ ਨਾ ਕਿਤੇ ਮੈਨੂੰ ਪੁਆਧੀ ਦੇ ਵਿੱਚ ਤੇ ਮਾਝੀ ਦੇ ਵਿੱਚ ਇਹ ਦੋਵੇਂ ਵਿਅੰਜਨ ਜਿਹੜੇ ਨੇ ਉਹ ਮਿਲੇ ਨੇ ਔਰ ਉਸੇ ਰੂਪ ਦੇ ਵਿੱਚ ਮਿਲੇ ਨੇ ਜਿਸ ਰੂਪ ਦੇ ਵਿੱਚ ਇਹ ਇੱਥੇ ਲਿਖੇ ਹੋਏ ਨੇ ਉਚਾਰਨ ਦੇ ਵਿੱਚ ਵੀ। ਤੇ ਲਿਖਤ ਦੇ ਵਿੱਚ ਵੱਖ-ਵੱਖ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪੜ੍ਹਦੇ ਹਾਂ ਤੇ ਮੈਂ ਉਹਨਾਂ ਨੂੰ ਤਾਇਆ ਜੋਗਾ ਸਿੰਘ ਹੀ ਕਹਿੰਦੀ ਹਾਂ,
ਉਹਨਾਂ ਨੇ ਆਪਣੀਆਂ ਪੋਸਟਾਂ ਦੇ ਵਿੱਚ ਕਿਤੇ ਵੀ ਜਦੋਂ ङ ਸ਼ਬਦ ਉਚਾਰਿਆ ਜਾਂਦਾ ਤੇ ਉਹਦਾ ङ ਹੀ ਲਿਖ ਰਹੇ ਨੇ, ਉਹਨੂੰ ਗ ਕਿਤੇ ਵੀ ਨਹੀਂ ਲਿਖ ਰਹੇ ਕਿ ਇਹਦੇ ਸਥਾਨ ਤੇ ਜੇ ङ ਦੇ ਗ ਉਚਾਰਿਆ ਜਾਵੇ, ਉਹ ङ ਹੀ ਲਿਖ ਰਹੇ ਨੇ। ਜੇ ਆਪਾਂ ਲਿਖਦੇ ਰਵਾਂਗੇ ਤੇ ਇਹ ਇਦਾਂ ਹੀ ਮੌਜੂਦ ਰਹਿਣਗੀਆਂ, ਨਹੀਂ ਤਾਂ ਬੁੱਢੇ ਹੋਇਆ ਘਰੋਂ ਥੋੜੀ ਨਾ ਕੱਢ ਦੇਈਦਾ, ਬੰਦਿਆਂ ਨੂੰ ਸੇਵਾ ਪਾਣੀ ਕਰੀਦਾ, ਉਹਨਾਂ ਦੀ ਕਿਤੇ ਨਾ ਕਿਤੇ ਵਰਤੋਂ ਹੁੰਦੀ ਹੈ, ਸਿਆਣਪ ਦਾ ਕੰਮ ਦੇ ਜਾਂਦੇ ਆ। ਫਿਰ ਸਾਡੇ ਕੋਲ ਆਉਂਦੇ ਨੇ ਅੱਗੇ ਪਾਰਸ਼ਵਿਕ। ਲ ਇੱਥੇ ਗਲਤੀ ਹੋ ਗਈ, ਇੱਥੇ ਲ ਆਏਗਾ ਦੰਤੀ ਔਰ ਲ ਆਏਗਾ ਉਲਟ ਜੀਬੀ। ਲ ਜਿਵੇਂ ਗੋਲੀ ਤੇ ਗੋਲੀ, ਇਹਨਾਂ ਦੇ ਵਿੱਚ ਫਰਕ ਹੈ ਜਿਹੜਾ। ਲ ਜਦੋਂ ਬੋਲਦੇ ਆ ਗੋਲੀ, ਗੋਲੀ ਜਿਹੜੀ ਦਾਸੀ, ਗੋਲੀ ਬੰਦੂਕ ਦੇ ਵਿੱਚੋਂ ਨਿਕਲੀ ਗੋਲੀ, ਉਹ ਉਲਟ ਜੀਬੀ ਨਾਲ ਉਚਾਰਿਆ ਜਾਂਦਾ ਹੈ। ਟ੍ਰਿਲ ਤੇ ਫਲੈਪ ਜਿਹੜੇ ਜਦੋਂ ਬੋਲਦੇ ਆ ਤੇ ਜੀਭ ਦੇ ਵਿੱਚ ਕੰਬਾਹਟ ਆਉਂਦੀ ਹੈ ਜਾਂ ਇੱਕ ਫਟਕੇ ਦੇ ਨਾਲ ਬੋਲੇ ਜਾਂਦੇ ਨੇ, ਜਿਵੇਂ ਰ ੜ। ਇੱਥੇ ਵੀ ੜ ਜਿਹੜਾ ਹੈ ਇਹ ਉਲਟ ਜੀਬੀ ਦੇ ਵਿੱਚ ਆਏਗਾ ਔਰ ਰ ਰ ਰ ਇਹ ਇੱਥੇ ਆਏਗਾ। ਰ ੜ ਇੱਕ ਫਟਕੇ ਦੇ ਨਾਲ ਬੋਲਿਆ ਜਾਣ ਵਾਲਾ ਵਿਅੰਜਨ ੜ, ਰ ਜਦੋਂ ਥੋੜੀ ਕੰਬਾਹਟ ਹੁੰਦੀ ਹੈ। ਸੰਘਰਸ਼ੀ, ਸੰਘਰਸ਼ੀ ਦੇ ਵਿੱਚ ਸ ਤੇ ਸ਼ ਜਦੋਂ ਹਵਾ ਖਹਿ ਕੇ ਲੰਘਦੀ ਹੈ, ਜਦੋਂ ਇਹਨਾਂ ਦਾ ਉਚਾਰਨ ਹੁੰਦਾ ਹੈ ਤਾਂ ਹਵਾ ਸ ਸ਼। ਸ ਤੇਰ, ਸ਼ੇਰ ਸਵਾ ਸ਼ੇਰ ਵਾਲਾ, ਤੇ ਸ਼ੇਰ, ਇਹਨਾਂ ਦਾ ਡਿਫਰੈਂਸ ਜਿਹੜਾ ਹੈ ਸ਼ੇਰ ਤੇ ਸ਼ੇਰ। ਫਿਰ ਅੱਗੇ ਸਾਡੇ ਕੋਲ ਆ ਜਾਂਦੇ ਨੇ ਅਰਧ ਸਵਰ। ਅਰਧ ਸਵਰ ਉਹ ਧੁਨੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਸਵਰਾਂ ਵਾਲੀਆਂ ਤੇ ਵਿਅੰਜਨਾਂ ਵਾਲੀਆਂ ਦੋਵੇਂ ਵਿਸ਼ੇਸ਼ਤਾਵਾਂ ਜਿਹੜੀਆਂ ਮੌਜੂਦ ਹੁੰਦੀਆਂ ਨੇ। ਅਰਧ ਸਵਰ ਜਿਹੜਾ ਹੈ ਦੋ ਹੋਠੀ ਦੇ ਵਿੱਚ ਲਿਆ ਜਾਂਦਾ ਹੈ, ਵ ਤੇ ਯਈਆ ਜਿਹੜਾ ਹੈ ਇਹ ਤਾਲਵੀ ਦੇ ਵਿੱਚ ਲਿਆ ਜਾਂਦਾ ਹੈ। ਇਸ ਕਰਕੇ ਅਸੀਂ ਵਿਅੰਜਨਾਂ ਦਾ ਜਿਹੜਾ ਵਰਗੀਕਰਨ ਹੈ ਇਹ ਤਿੰਨ ਆਧਾਰਾਂ ਤੇ ਕਰਦੇ ਹਾਂ। ਇੱਕ ਉਚਾਰਨ ਸਥਾਨ ਦੇ, ਉਚਾਰਨ ਰੋਕ ਤੇ ਉਚਾਰਨ ਲਹਿਜੇ ਤੇ। ਉਚਾਰਨ ਸਥਾਨ ਦੇ ਆਧਾਰ ਤੇ ਦੋ ਹੋਠੀ, ਦੰਤੀ, ਉਲਟ ਜੀਬੀ, ਤਾਲਵੀ, ਕੰਠੀ ਤੇ ਸੁਰਜੰਤਰੀ। ਹਾਹਾ ਜਿਹੜਾ ਸਾਡੇ ਕੋਲ ਹੈ ਇਹ ਸੁਰਜੰਤਰੀ ਹੈ। ਇਹਦਾ ਉਚਾਰਨ ਜਿਹੜਾ ਸੁਰ ਦੇ ਵਿੱਚ ਬਦਲ ਜਾਂਦਾ ਹੈ। ਜਿਵੇਂ ਆਪਾਂ ਬੋਲਦੇ ਹਾਂ ਚਾਹ ਪੀਣੀ ਹੈ, ਬਹੁਤੀ ਵਾਰ ਆਪਾਂ ਚਾਹ ਪੀਣੀ ਨਹੀਂ ਕਹਿੰਦੇ, ਕਿਹੜੇ ਰਾਹ ਥਾਣੀ ਜਾਣਾ ਹੈ ਜਾਂ ਕਿਹੜੇ ਰਾਹ ਅੱਗਿਓਂ ਲੰਘਣਾ ਹੈ, ਰਾਹ ਦੇ ਅੱਗੋਂ ਲੰਘਿਆ ਨਹੀਂ ਕਹਿੰਦੇ। ਹਾਹਾ ਜਿਹੜਾ ਹੈ ਸੁਰ ਦੇ ਵਿੱਚ ਬਦਲ ਜਾਂਦਾ ਹੈ, ਜਿਹੜੀ ਕਿ ਪੰਜਾਬੀ ਭਾਸ਼ਾ ਦੀ ਵਿਸ਼ੇਸ਼ਤਾ ਹੈ ਕਿ ਪੰਜਾਬੀ ਭਾਸ਼ਾ ਸੁਰਾਤਮਕ ਭਾਸ਼ਾ ਹੈ। ਉਚਾਰਨ ਰੋਕ ਦੇ ਆਧਾਰ ਤੇ ਦੋ ਭਾਗਾਂ ਦੇ ਵਿੱਚ ਡਕਵੇਂ ਤੇ ਅਡਕਵੇਂ। ਉਚਾਰਨ ਲਹਿਜੇ ਦੇ ਆਧਾਰ ਤੇ ਅਗੋਸ਼, ਸਗੋਸ਼, ਅਲਪ ਪ੍ਰਾਣ ਤੇ ਮਹਾਪ੍ਰਾਣ। ਫਿਰ ਅੱਗੇ ਆ ਜਾਂਦੀਆਂ ਸਾਡੇ ਕੋਲੇ ਪ੍ਰਾਖੰਡੀ ਧੁਨੀਆਂ। ਇਹ ਉਹ ਧੁਨੀਆਂ ਹੁੰਦੀਆਂ ਜਿਹੜੀਆਂ ਖੰਡੀ ਧੁਨੀਆਂ ਦੇ ਨਾਲ ਲੱਗ ਕੇ ਸਾਕਾਰ ਹੁੰਦੀਆਂ। ਇਹ ਸਾਡੇ ਕੋਲੇ ਸੁਰ, ਵਾਕ ਸੁਰ, ਨਾਸਿਕਤਾ, ਸੰਗਮ ਤੇ ਦਬਾਅ ਜਿਹੜੀਆਂ ਪਾਈਆਂ ਜਾਂਦੀਆਂ। ਬੇਸਿਕਲੀ ਸੁਰ ਦਾ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ। ਅਜੇ ਆਪਾਂ ਪਿੱਛੇ ਗੱਲ ਕਰਕੇ ਆਏ ਹਾਂ ਕਿ ਪੰਜਾਬੀ ਨੂੰ ਸੁਰਾਤਮਕ ਭਾਸ਼ਾ ਜਿਹੜਾ ਆਖਿਆ ਜਾਂਦਾ ਹੈ। ਹਾਹਾ ਜਿਹੜੀ ਹੈ ਸੁਰ ਦਾ ਸੰਕੇਤ ਦਿੰਦੀ ਹੈ, ਕਿਉਂਕਿ ਸੁਰ ਦਾ ਘੇਰਾ ਜਿਹੜਾ ਹੈ ਸ਼ਬਦ ਹੈ। ਸੁਰ ਜਿਹੜੀ ਹੈ ਸਾਨੂੰ ਸ਼ਬਦ ਪੱਧਰ ਤੇ ਮਿਲਦੀ ਹੈ ਤੇ ਪੰਜਾਬੀ ਵਿੱਚ ਤਿੰਨ ਸੁਰਾਂ ਦੀ ਹੋਂਦ ਪਾਈ ਜਾਂਦੀ ਹੈ, ਉੱਚੀ ਸੁਰ, ਨੀਵੀਂ ਸੁਰ ਤੇ ਪੱਧਰੀ ਸੁਰ। ਹੁਣ ਪੰਜਾਬੀ ਭਾਸ਼ਾ ਦੇ ਵਿੱਚ ਸੁਰ ਦਾ ਵਿਕਾਸ ਜਿਹੜਾ ਹੈ ਸਗੋਸ਼, ਮਹਾਪ੍ਰਾਣ ਧੁਨੀਆਂ ਜਿਹੜੀਆਂ ਭਾ, ਧ, ਢ, ਝ, ਘ, ਇਹਨਾਂ ਦੇ ਲੋਪ ਹੋ ਜਾਣ ਨਾਲ, ਕਿਉਂਕਿ ਇਹਨਾਂ ਦੀ ਵਰਤੋਂ ਜਦੋਂ ਆਪਾਂ ਲਿਖਦੇ ਹਾਂ ਧੁਨੀ ਵਿਉਂਤਕ ਪੱਧਰ ਤੇ ਤਾਂ ਉਹ ਕ, ਚ, ਪ, ਤ, ਟ, ਚ ਤੇ ਕ ਦੇ ਵਿੱਚ ਬਦਲ ਜਾਂਦੀ ਹੈ। ਜਦੋਂ ਅਸੀਂ ਸ਼ਬਦ ਬੋਲਦੇ ਹਾਂ ਘਰ, ਘਰ ਨਹੀਂ ਬੋਲਦੇ, ਘਰ ਬੋਲਦੇ ਹਾਂ। ਤਾਂ ਜਦੋਂ ਇੱਥੇ ਮੈਂ 2-4 ਬੱਚੇ ਮੇਰੇ ਕੋਲੇ ਪੰਜਾਬੀ ਸਿੱਖਣ ਆਉਂਦੇ ਨੇ, ਜਦੋਂ ਉਹਨਾਂ ਨੂੰ ਘਰ ਬੋਲਦੇ ਆ ਤੇ ਉਹ ਕੱਕਾ ਰਾਰਾ ਘਰ ਹੀ ਲਿਖਦੇ। ਉਹ ਕਹਿੰਦੇ ਆ ਕਿ ਇਦਾਂ ਹੀ ਬੋਲਿਆ ਹੈ ਤੁਸੀਂ। ਉਹਨਾਂ ਦੀ ਸਮੱਸਿਆ ਆਉਂਦੀ ਹੈ ਉਹਨਾਂ ਨੂੰ। ਜਦੋਂ ਬੋਲਦੀ ਆ ਘਰ ਤਾਂ ਉਹ ਘੱਗੇ ਨਾਲ ਲਿਖ ਲੈਂਦੇ ਨੇ ਕਿ ਘਰ,
ਹੁਣ ਜਦੋਂ ਅਸੀਂ ਲਿਖਦੇ ਹਾਂ ਤਾਂ ਇਹ ਜਿਹੜੇ ਸਾਰੇ ਸਗੋਸ਼ ਮਹਾਪ੍ਰਾਣ ਧੁਨੀਆਂ ਸਾਡੇ ਕੋਲੇ ਮਿਲਦੀਆਂ ਨੇ, ਭਾ ਧਾ ਢ ਝ ਘ, ਤਾਂ ਇਹ ਸ਼ਬਦ ਦੀ ਸ਼ੁਰੂ ਦੀ ਸਥਿਤੀ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਧੁਨੀਵੇਂ ਉਂਤਕ ਪੱਧਰ ਤੇ ਤੋੜ ਕੇ ਵੇਖਦੇ ਹਾਂ ਤਾਂ ਪ ਤ ਟ ਚ ਤੇ ਕ ਦੇ ਵਿੱਚ ਬਦਲ ਜਾਂਦੀਆਂ। ਤਾਂ ਜਦੋਂ ਇਹ ਸ਼ਬਦ ਦੀ ਸ਼ੁਰੂ ਦੀ ਸਥਿਤੀ ਦੇ ਵਿੱਚ ਪ ਤ ਟ ਚ ਤੇ ਕ ਦੇ ਵਿੱਚ ਬਦਲਣਗੀਆਂ ਤਾਂ ਉਦੋਂ ਸਾਡੇ ਕੋਲੇ ਨੀਵੀਂ ਸੁਰ ਦੇ ਵਿੱਚ ਆਉਂਦੇ ਆ। ਉਦੋਂ ਅਸੀਂ ਜਦੋਂ ਸੁਰ ਮਾਰਕ ਕਰਾਂਗੇ ਤਾਂ ਨੀਵੀਂ ਸੁਰ ਕਰਾਂਗੇ। ਜਦੋਂ ਸ਼ਬਦ ਦੀ ਅਖੀਰਲੀ ਸਥਿਤੀ ਦੇ ਵਿੱਚ ਇਹ ਧੁਨੀਆਂ ਆਉਂਦੀਆਂ ਭਾ ਧਾ ਢ ਝ ਘ, ਤਾਂ ਇਹ ਸਾਡੇ ਕੋਲੇ ਬ ਧ ਡ ਤੇ ਜ ਤੇ ਗ ਦੇ ਵਿੱਚ ਬਦਲ ਜਾਂਦੀਆਂ। ਤਾਂ ਉਦੋਂ ਇਹ ਸਾਡੇ ਕੋਲੇ ਉੱਚੀ ਸੁਰ ਦੇ ਵਿੱਚ ਉਚਾਰੀਆਂ ਜਾਂਦੀਆਂ। ਅੱਗੇ ਸਾਡੇ ਕੋਲ ਆ ਜਾਂਦੀ ਹੈ ਵਾਕ ਸੁਰ। ਵਾਕ ਸੁਰ ਜਿਹੜੀ ਹੈ ਇਹ ਵਾਕ ਦੀ ਪੱਧਰ ਤੇ ਸਾਕਾਰ ਹੁੰਦੀ ਹੈ। ਜਿਵੇਂ ਸੁਰ ਜਿਹੜੀ ਸੀ ਉਹ ਸ਼ਬਦ ਦੀ ਪੱਧਰ ਤੇ ਸਾਕਾਰ ਹੁੰਦੀ ਸੀ। ਸੁਰ ਦਾ ਘੇਰਾ ਜਿਹੜਾ ਉਹ ਸ਼ਬਦ ਹੈ। ਸੁਰ ਤੇ ਵਾਕ ਸੁਰ ਦੋਵਾਂ ਦਾ ਸੰਬੰਧ ਜਿਹੜਾ ਹੈ ਪਿੱਚ ਨਾਲ ਹੈ। ਜਿਹੜੀਆਂ ਆਪਾਂ ਨਾਦ ਤੰਤਰੀਆਂ ਦੀ ਗੱਲ ਕੀਤੀ ਪਹਿਲਾਂ, ਵੋਕਲ ਕਾਰਡਸ ਦੀ, ਉਹਨਾਂ ਦੀ ਕੰਬਣੀ ਨਾਲ ਹੈ। ਜਦੋਂ ਸੁਰ ਤੰਦਾਂ ਜਿਹੜੀਆਂ ਆ ਉਹ ਕੰਬਾਹਟ ਵਿੱਚ ਇੱਕਸਾਰ ਨਹੀਂ ਰਹਿੰਦੀਆਂ, ਉਹਨਾਂ ਦੀ ਜਿਹੜੀ ਕੰਬਾਹਟ ਆ ਉਹ ਵੱਧਦੀ ਘਟਦੀ ਰਹਿੰਦੀ ਹੈ। ਤੇ ਜਿਸ ਗਤੀ ਦੇ ਨਾਲ ਉਹ ਕੰਬਦੀਆਂ ਨੇ ਉਹਨਾਂ ਨੂੰ ਪਿੱਚ ਆਖਿਆ ਜਾਂਦਾ ਹੈ। ਤੇ ਪਿੱਚ ਦੇ ਵਿੱਚ ਜਿਹੜੇ ਉਤਰਾਅ ਚੜਾਅ ਆਉਂਦੇ ਨੇ ਉਹਨਾਂ ਨੂੰ ਪਛਾਈ ਲੈ ਆਖਿਆ ਜਾਂਦਾ ਹੈ। ਤੇ ਜਦੋਂ ਉਹ ਪਛਾਈ ਲੈ ਜਿਹੜੀ ਹੈ ਸ਼ਬਦ ਪੱਧਰ ਤੇ ਸਾਕਾਰ ਹੁੰਦੀ ਹੈ ਤਾਂ ਉਹਨੂੰ ਸੁਰ ਆਖਿਆ ਜਾਂਦਾ ਹੈ। ਤਾਂ ਜਦੋਂ ਜਿਹੜੀ ਹੈ ਵਾਕ ਦੀ ਪੱਧਰ ਤੇ ਸਾਕਾਰ ਹੋਵੇ ਤਾਂ ਉਹਨੂੰ ਵਾਕ ਸੁਰ ਆਖਿਆ ਜਾਂਦਾ ਹੈ। ਜਿਵੇਂ ਵਾਕ ਇੱਕ ਹੀ ਹੈ ਪਰ ਉਹਨੂੰ ਬੋਲਣ ਦਾ ਜਿਹੜਾ ਹੈ ਲਹਿਜ਼ਾ ਜਿਹੜਾ ਸਾਡਾ ਬਦਲ ਜਾਂਦਾ ਹੈ ਸੁਰ ਦੇ ਕਾਰਨ। ਜਿਵੇਂ ਉਹ ਆ ਗਿਆ, ਉਹ ਆ ਗਿਆ, ਉਹ ਆ ਗਿਆ। ਸਾਡੇ ਐਕਸਪ੍ਰੈਸ਼ਨ ਜਿਹੜੇ ਨੇ ਉਹਦੇ ਨਾਲ ਕਿਤੇ ਨਾ ਕਿਤੇ ਬਦਲਦੇ ਰਹਿੰਦੇ ਨੇ। ਸਾਡੇ ਪ੍ਰਗਟਾ ਦਾ ਜਿਹੜਾ ਰੂਪ ਹੈ ਉਹ ਬਦਲਦਾ ਰਹਿੰਦਾ ਹੈ। ਅੱਗੇ ਆ ਜਾਂਦਾ ਹੈ ਦਬਾ। ਬਹੁਤੀ ਵਾਰੀ ਕਿਹੜੇ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਆ ਗੱਲ ਕੀਤੀ ਜਾਂਦੀ ਹੈ ਦਬਾ ਦਾ ਸੰਬੰਧ ਅੱਧਕ ਦੇ ਨਾਲ ਜਿਹੜਾ ਲਾ ਲਿਆ ਜਾਂਦਾ ਹੈ ਕਿ ਦਬਾ ਜਿਹੜਾ ਜਿਸ ਸ਼ਬਦ ਦੇ ਉੱਤੇ ਅੱਧਕ ਲੱਗਾ ਹੋਊਗਾ, ਜਿਵੇਂ ਪਤਾ, ਪੱਤਾ, ਸਜਾ, ਸੱਜਾ, ਉਹਨੂੰ ਦਬਾ ਕਹਿ ਲਿਆ ਜਾਂਦਾ ਹੈ। ਉਹ ਦਬਾ ਦੀ ਸਥਿਤੀ ਨਹੀਂ ਹੈ ਕਿਉਂਕਿ ਉਹਦੇ ਵਿੱਚ ਉਹ ਅਲੱਗ ਤਰ੍ਹਾਂ ਦਾ ਇੱਕ ਫਾਰਮੈਟ ਹੈ। ਵਿਅੰਜਨਾਂ ਨੂੰ ਜਦੋਂ ਅਸੀਂ ਡਿਸਕ੍ਰਾਈਬ ਕਰਦੇ ਹਾਂ ਤੇ ਉਹਦੇ ਵਿੱਚ ਜੁੱਟ ਵਿਅੰਜਨ ਬਣਦੇ ਨੇ। ਜਦੋਂ ਇੱਕ ਹੀ ਵਿਅੰਜਨ ਦਾ ਉਚਾਰਨ ਜਿਹੜਾ ਹੈ ਦੁਹਰਾ ਕੇ ਕੀਤਾ ਜਾਂਦਾ ਹੈ ਤਾਂ ਉਹਨੂੰ ਜੁੱਟ ਵਿਅੰਜਨ ਆਖਿਆ ਜਾਂਦਾ ਹੈ। ਤੇ ਅੱਧਕ ਜਿਹੜਾ ਹੈ ਜੁੱਟ ਵਿਅੰਜਨ ਨੂੰ ਪ੍ਰਗਟ ਕਰਦਾ ਹੈ। ਦਬਾਅ ਦਾ ਸੰਬੰਧ ਜਿਹੜਾ ਹੈ ਫੇਫੜਿਆਂ ਵਿੱਚੋਂ ਆਉਣ ਵਾਲੀ ਹਵਾ ਦੀ ਜਿਹੜੀ ਸ਼ਕਤੀ ਹੈ, ਕਿਉਂਕਿ ਆਪਾਂ ਕਿਸੇ ਸਵਰ ਦੇ ਉੱਤੇ ਵੱਧ ਜ਼ੋਰ ਲਾ ਲੈਂਦੇ ਹਾਂ ਤੇ ਕਿਸੇ ਦੇ ਉੱਤੇ ਘੱਟ ਲਗਾ ਲੈਂਦੇ ਹਾਂ, ਤੇ ਜਦੋਂ ਉਹਨਾਂ ਦੇ ਅਰਥਾਂ ਵਿੱਚ ਪਰਿਵਰਤਨ ਆਉਂਦਾ ਹੈ, ਬਦਲਾਵ ਆ ਜਾਂਦਾ ਹੈ, ਤਾਂ ਉੱਥੇ ਜਿਹੜਾ ਦਬਾਅ ਆ ਉਹ ਕਾਰਗਰ ਹੈ। ਜਿਵੇਂ ਆਪਾਂ ਲਿਖਿਆ ਘੜਾ, ਘੜਾ ਪਾਣੀ ਪੀਣ ਵਾਲਾ ਇੱਕ ਉਹ ਬਰਤਨ ਜਿਹਦੇ ਵਿੱਚ ਠੰਡਾ ਪਾਣੀ ਰੱਖਿਆ ਜਾਂਦਾ ਹੈ। ਨਾ ਦੂਸਰਾ ਹੈ ਕੜਾ। ਹੁਣ ਇੱਥੇ ਜਿਹੜਾ ਦਬਾਅ ਹੈ ਘੜਾ, ਇਹ ਇਸ ਸਵਰ ਦੇ ਉੱਤੇ ਪੈ ਰਿਹਾ ਹੈ, ਕੜਾ, ਕੜਾ। ਤਾਂ ਇਹ ਜਿਹੜੀ ਹੈ ਇਹ ਸੁਰ ਦੇ ਨਾਲ ਵੀ ਮਾਰਕ ਕੀਤਾ ਜਾਊਗਾ, ਇਹ ਨੀਵੀਂ ਸੁਰ ਦੇ ਵਿੱਚ ਆਏਗਾ। ਜਦੋਂ ਆਪਾਂ ਕਹਿੰਦੇ ਕੜਾ ਤਾਂ ਜਿਹੜਾ ਦਬਾਅ ਹੈ ਉਹ ਆਖਰੀ ਸਵਰ ਆ ਦੇ ਉੱਤੇ ਆ ਰਿਹਾ ਹੈ, ਜਿਹਦਾ ਮਤਲਬ ਹੈ ਕਢਾਉਣਾ। ਜਿਵੇਂ ਹੋਰ ਐਗਜ਼ਾਮਪਲਾਂ ਦੀ ਆਪਾਂ ਲਈਏ ਛੜਾ, ਛੜਾ ਜਿਹਦਾ ਵਿਆਹ ਜਿਹੜਾ ਹੈ ਉਹ ਜਾਂ ਤੇ ਹੋਣ ਦੀ ਸੰਭਾਵਨਾ ਹੀ ਨਹੀਂ ਰਹਿੰਦੀ, ਉਹਨੂੰ ਛੜਾ ਕਹਿ ਲੈਂਦੇ ਨੇ ਕਿ ਉਹਨੇ ਕਰਵਾਇਆ ਹੀ ਨਹੀਂ ਜਾਂ ਹੋਇਆ ਹੀ ਨਹੀਂ। ਤੇ ਇੱਕ ਹੁੰਦਾ ਛੜਾ, ਜਿਵੇਂ ਆਪਾਂ ਕਹਿੰਦੇ ਆ ਜਿਹੜੇ ਤੇ ਪਿੰਡਾਂ ਦੇ ਨਾਲ ਸੰਬੰਧ ਰੱਖਦੀ ਹੋਣਗੇ ਉਹਨਾਂ ਨੂੰ ਪਤਾ ਹੈ ਛੜਾ, ਚੌਲ ਛਡਾਉਣੇ, ਕਿ ਆਪਾਂ ਜਦੋਂ ਕਿਸੇ ਚੀਜ਼ ਨੂੰ ਛਡਾਉਂਦੇ ਆ ਉਹਨਾਂ ਦਾ ਉੱਤੋਂ ਛਿਲਕਾ ਉਤਾਰਿਆ ਜਾਂਦਾ ਤੇ ਉਹਨੂੰ ਉੱਥੇ ਕਹਿੰਦੇ ਨੇ ਕਿ ਚੌਲ ਛਡਾਉਣ ਗਏ। ਛੜਾ, ਚੌਲ ਛਡਾ ਕੇ ਲਿਆ। ਛੜਾ ਤੇ ਛੜਾ, ਇਹਨਾਂ ਦੇ ਵਿੱਚ ਬਲ ਜਿਹੜਾ ਹੈ, ਦਬਾਅ ਜਿਹੜਾ ਹੈ, ਉਹ ਸਾਨੂੰ ਇਸ ਸਥਿਤੀ ਤੋਂ ਪਤਾ ਲੱਗੇਗਾ ਕਿ ਕਿਸ ਸਵਰ ਦੇ ਉੱਤੇ ਜਿਹੜੀ ਦਬਾਅ ਦੀ ਸਥਿਤੀ ਹੈ ਉਹ ਆ ਰਹੀ ਹੈ। ਨਾਸਿਕਤਾ,
ਨਾਸਿਕਤਾ ਪੰਜਾਬੀ ਭਾਸ਼ਾ ਦੇ ਵਿੱਚ ਪਾਖੰਡੀ ਧੁਨੀ ਦਾ ਹੀ ਰੂਪ ਹੈ। ਭਾਸ਼ਾਈ ਉਚਾਰਨ ਦੀ ਇੱਕ ਵਿਧੀ ਹੈ, ਜਿਵੇਂ ਮੈਨਰ ਆਫ ਆਰਟੀਕੂਲੇਸ਼ਨ, ਉਚਾਰਨ ਦੀ ਵਿਧੀ। ਇਹ ਹਮੇਸ਼ਾ ਸਵਰਾਂ ਦੇ ਨਾਲ ਲੱਗਦੀ ਹੈ, ਸਵਰਾਂ ਦੇ ਨਾਲ ਹੀ ਸਾਕਾਰ ਹੁੰਦੀ ਹੈ। ਬਹੁਤੀ ਵਾਰੀ ਨਾਸਿਕਤਾ ਦੇ ਵਿੱਚ ਜਿਹੜੇ 5 ਨਾਸਕੀ ਵਿਅੰਜਨ ਲਏ ਨੇ ਉਹਨਾਂ ਨੂੰ ਵੀ ਰੱਖ ਲਿਆ ਜਾਂਦਾ ਹੈ। ਨਾਸਕੀ ਵਿਅੰਜਨ ਤੇ ਨਾਸਿਕਤਾ ਦੋ ਵੱਖਰੇ ਵੱਖਰੇ ਭਾਸ਼ਾਈ ਸੰਕਲਪ ਨੇ। ਨਾਸਕੀ ਵਿਅੰਜਨਾਂ ਦਾ ਸੰਬੰਧ ਜਿਹੜਾ ਹੈ ਇਹ ਉਚਾਰਨ ਸਥਾਨ, ਪਲੇਸ ਆਫ ਆਰਟੀਕੂਲੇਸ਼ਨ ਨਾਲ ਹੈ, ਤੇ ਜਿਹੜਾ ਨਾਸਿਕਤਾ ਦਾ ਸੰਬੰਧ ਹੈ ਉਹ ਮੈਨਰ ਆਫ ਆਰਟੀਕੂਲੇਸ਼ਨ ਨਾਲ ਹੈ, ਉਚਾਰਨ ਪ੍ਰਕਿਰਿਆ ਦੇ ਨਾਲ, ਉਚਾਰਨ ਦੀ ਵਿਧੀ। ਹੁਣ ਉਚਾਰਨ ਦੇ ਆਧਾਰ ਤੇ ਆਪਾਂ ਧੁਨੀਆਂ ਨੂੰ ਦੋ ਭਾਗਾਂ ਵਿੱਚ ਵੰਡ ਕੇ ਵੇਖਦੇ ਹਾਂ, ਮੌਖਿਕ ਧੁਨੀਆਂ ਤੇ ਨਾਸਿਕ ਧੁਨੀਆਂ। ਨਾਸਿਕਤਾ ਦੇ ਵਿੱਚ ਸਾਡੇ ਕੋਲੇ ਦੋ ਚਿੰਨ੍ਹ ਆਉਂਦੇ ਨੇ, ਬਿੰਦੀ ਤੇ ਟਿੱਪੀ। ਨਾਸਿਕਤਾ ਜਿਹੜੀ ਹੈ ਇਹ ਸ਼੍ਰੇਣੀ ਪੱਧਰ ਤੇ ਵੀ ਬਦਲਾਵ ਲਿਆਉਂਦੀ ਹੈ, ਸ਼੍ਰੇਣੀ ਬਦਲੂ ਤੇ ਸ਼੍ਰੇਣੀ ਰੱਖਿਅਕ। ਨਾਵ ਤੋਂ ਨਾਵ ਵੀ ਰਹਿ ਜਾਂਦਾ ਹੈ ਸ਼ਬਦ, ਨਾਵ ਤੋਂ ਕਿਰਿਆ ਹੋ ਜਾਂਦਾ ਹੈ, ਕਿਰਿਆ ਤੋਂ ਵਿਸ਼ੇਸ਼ਣ ਬਣ ਜਾਂਦਾ ਹੈ। ਬਿੰਦੀ ਤੇ ਟਿੱਪੀ ਦੇ ਨਾਲ ਜਿਹੜਾ ਅਰਥਾਂ ਦੇ ਵਿੱਚ ਪਰਿਵਰਤਨ ਆਉਂਦਾ ਹੈ, ਕੋਸ਼ਗਤ ਪੱਧਰ ਤੇ ਅਰਥਾਂ ਦੇ ਵਿੱਚ ਵੀ ਪਰਿਵਰਤਨ ਆਉਂਦਾ ਹੈ। ਜਿਵੇਂ ਮੈਂ ਐਗਜ਼ਾਮਪਲਾਂ ਲਈਆਂ ਨੇ, ਗਾ, ਗਾ ਦਾ ਅਰਥ ਹੈ ਗਾਉਣਾ ਜਾਂ ਕਿਸੇ ਚੀਜ਼ ਨੂੰ ਗਾ ਕੇ ਦੱਸਣਾ। ਗਾ ਦੇ ਉੱਤੇ ਜਦੋਂ ਬਿੰਦੀ ਲੱਗਦੀ ਹੈ ਤਾਂ ਉਹਦੇ ਅਰਥਾਂ ਦੇ ਵਿੱਚ ਪਰਿਵਰਤਨ ਆਉਂਦਾ ਹੈ, ਗਾਂ। ਤੇਰਾ, ਤੇਰਾਂ ਦੇ ਉੱਤੇ ਜਦੋਂ ਬਿੰਦੀ ਲਗਾਉਂਦੇ ਆ ਤਾਂ ਬਣ ਜਾਂਦਾ ਹੈ ਤੇਰਾਂ। ਜਾਚ, ਕਿਸੇ ਚੀਜ਼ ਨੂੰ ਸਿੱਖਣ ਦੀ ਕਿਰਿਆ, ਜਿਹਨੂੰ ਆਪਾਂ ਕਹਿੰਦੇ ਤੈਨੂੰ ਇਹ ਕੰਮ ਦੀ ਜਾਂਚ ਹੈ, ਤੂੰ ਕਰ ਲਵੇਂਗੀ ਜਾਂ ਕਰ ਲਵੇਂਗਾ। ਜਾਂਚ, ਜਾਂਚ ਪੜਤਾਲ, ਜਿੱਥੇ ਕਿਸੇ ਚੀਜ਼ ਦੀ ਜਾਂਚ ਕੀਤੀ ਜਾਂਦੀ ਹੈ, ਕਿਸੇ ਚੀਜ਼ ਨੂੰ ਘੋਖਿਆ ਜਾਂਦਾ ਹੈ, ਲੱਭਿਆ ਜਾਂਦਾ ਹੈ। ਕਾਜੀ ਤੇ ਕਾਂਜੀ। ਬਿੰਦੀ ਤੇ ਟਿੱਪੀ ਲੱਗਣ ਦੇ ਨਾਲ ਬਦ, ਜਿਵੇਂ ਆਪਾਂ ਲੈਨੇ ਸ਼ਬਦ ਬਦ, ਬਦ ਦੇ ਉੱਤੇ ਜੇ ਟਿੱਪੀ ਲੱਗਦੀ ਹੈ ਤਾਂ ਉਹਦਾ ਬਣ ਜਾਂਦਾ ਹੈ ਬੰਦ। ਗਦ, ਗੰਦ। ਜਦੋਂ ਬਿੰਦੀ ਤੇ ਟਿੱਪੀ ਆਉਂਦੀ ਹੈ ਤੇ ਉਹਦੇ ਅਰਥਾਂ ਵਿੱਚ ਪਰਿਵਰਤਨ ਆ ਜਾਂਦਾ ਹੈ, ਜਿਹੜਾ ਕਿ ਉਚਾਰਨ ਪ੍ਰਕਿਰਿਆ ਦੇ ਆਧਾਰ ਤੇ ਆਏਗਾ। ਨਾਸਿਕ ਵਿਅੰਜਨ ਜਿਹੜੇ ਨੇ ਉਹ ਉਚਾਰਨ ਸਥਾਨ ਦੇ ਨਾਲ ਸੰਬੰਧਿਤ ਨੇ, ਨਾ ਕਿ ਉਚਾਰਨ ਪ੍ਰਕਿਰਿਆ ਦੇ ਨਾਲ। ਇਸ ਕਰਕੇ ਇੱਥੇ ਕਿਤੇ ਥੋੜੀ ਵਾਰੀ ਗਲਤੀਆਂ ਜਿਹੜੀਆਂ ਹੋ ਜਾਂਦੀਆਂ ਕਿ ਨਾਸਕੀ ਵਿਅੰਜਨਾਂ ਨੂੰ ਵੀ ਨਾਸਿਕਤਾ ਦੇ ਵਿੱਚ ਰੱਖ ਲਿਆ ਜਾਂਦਾ ਹੈ। ਅੱਗੇ ਆ ਜਾਂਦਾ ਸਾਡੇ ਕੋਲੇ ਸੰਗਮ। ਹੁਣ ਸੰਗਮ ਜਿਹੜੀ ਹੈ ਇਹ ਸ਼ਬਦਾਂ ਦੇ ਵਿੱਚ ਜਦੋਂ ਟੋਟ ਆਉਂਦੀ ਹੈ, ਪੌਜ਼, ਪੌਜ਼ ਕਿੱਥੇ ਲੱਗਦਾ ਹੈ, ਇਹ ਉਚਾਰਨ ਲਹਿਜੇ ਤੇ ਡਿਪੈਂਡ ਕਰਦਾ ਹੈ। ਇਹਦਾ ਪੂਰੇ ਵਾਕ ਦਾ ਅਰਥ ਬਦਲ ਜਾਂਦਾ ਹੈ। ਜਿਵੇਂ ਸਾਡੇ ਕੋਲੇ ਸਾਹਮਣੇ ਹੈ, ਮੰਜੇ ਹੇਠਾਂ ਧਰ ਦੇ। ਵੈਸੇ ਪੌਜ਼ ਦਾ ਜਿਹੜਾ ਸਾਈਨ ਨਹੀਂ ਹੈ, ਮੈਂ ਕੌਮਾ ਪਾ ਕੇ ਥੋੜਾ ਜਿਹਾ ਨਖੇੜਨ ਦੀ ਕੋਸ਼ਿਸ਼ ਕੀਤੀ ਹੈ। ਮੰਜੇ ਹੇਠਾਂ ਧਰ ਦੇ ਮਤਲਬ ਕੋਈ ਜਿਹੜੀ ਵਸਤੂ ਹੈ, ਉਹ ਮੰਜਾ ਜਿਹੜਾ ਪਿਆ ਹੈ, ਚਾਰਪਾਈ ਜਿਹਨੂੰ ਕਹਿੰਦੇ ਨੇ, ਉਹਦੇ ਥੱਲੇ ਸਮਾਨ ਰੱਖਣ ਨੂੰ ਕਹਿ ਰਹੇ ਨੇ ਕਿ ਕੋਈ ਸਮਾਨ ਹੈ ਉਹ ਮੰਜੇ ਦੇ ਹੇਠਾਂ ਧਰ ਦੇ। ਤਾਂ ਮੰਜਾ ਜਿਹੜਾ ਇੱਥੇ ਨਾਵ, ਹੇਠਾਂ ਸੰਬੰਧਕ ਤੇ ਧਰ ਦੇ ਕਿਰਿਆ ਜਿਹੜਾ ਰੂਪ ਹੈ ਉਹ ਮਿਲਦਾ ਹੈ ਸਾਨੂੰ। ਅਗਲਾ ਜਿਹੜਾ ਪੌਜ਼ ਹੈ ਮੰਜੇ ਦੇ ਅੱਗੇ ਲੱਗਾ ਹੈ, ਮੰਜੇ ਹੇਠਾਂ ਧਰ ਦੇ, ਕਿ ਉੱਪਰ ਕੋਈ ਪਏ ਹੋਣਗੇ ਛੱਤ ਤੇ ਮੰਜੇ, ਉਹਨਾਂ ਨੂੰ ਹੇਠਾਂ ਰੱਖ ਦੋ। ਜਾਂ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਐਗਜ਼ਾਮਪਲਾਂ ਹੈਗੀਆਂ ਨੇ ਕਿ ਘਰ ਵਿਚਕਾਰ ਹੈ, ਕਿ ਘਰ ਪਿੰਡ ਦੇ ਵਿਚਕਾਰ ਹੈ। ਆਪਾਂ ਸਿੱਧਾ ਬੋਲਦੇ ਨੇ ਘਰ ਵਿਚਕਾਰ, ਜੇ ਘਰ ਹੈਗਾ ਵਿਚਕਾਰ ਹੈ। ਫਿਰ ਬੋਲਦੇ ਆ ਘਰ ਵਿੱਚ ਕਾਰ ਹੈ, ਫਿਰ ਇਹ ਉਹਦਾ ਸਹੁਰਾ ਘਰ ਹੈ ਜਾਂ ਸਹੁਰਾ ਘਰ ਹੈ, ਤਾਂ ਆਪਾਂ ਬੋਲਦੇ ਆ ਇਹ ਉਹਦਾ ਸਹੁਰਾ ਘਰ ਹੈ, ਕਿ ਜਿਹੜਾ ਪਿੰਡ ਹੈ ਕਿਸੇ ਦਾ ਸਹੁਰਾ ਘਰ ਹੈ। ਤੇ ਜਦੋਂ ਬੋਲਦੇ ਉਹਦਾ ਸਹੁਰਾ ਘਰ ਹੈ, ਕਿ ਉਹ ਕੁੜੀ, ਉਹ ਜਾਂ ਮੁੰਡਾ, ਉਹਦਾ ਸਹੁਰਾ ਅੱਜ ਘਰੇ ਹੀ ਹੈ, ਕਿਤੇ ਬਾਹਰ ਨਹੀਂ ਗਿਆ। ਮਤਲਬ ਕਿ ਵਾਕ ਦੇ ਅਰਥਾਂ ਵਿੱਚ ਹੀ ਪਰਿਵਰਤਨ ਨਹੀਂ ਆਉਂਦਾ, ਵਾਕ ਦੀ ਪੂਰੀ ਬਣਤਰ ਦੇ ਵਿੱਚ ਹੀ ਜਿਹੜਾ ਪਰਿਵਰਤਨ ਹੈ ਉਹ ਵਾਪਰ ਜਾਂਦਾ ਹੈ। ਇਸ ਕਰਕੇ ਧੁਨੀ ਵਿਗਿਆਨ ਤੇ ਧੁਨੀ ਵਿਉਣ ਦੇ ਵਿੱਚ ਥੋੜਾ ਜਿਹਾ ਮੇਰੇ ਕੋਲ ਗਲਤੀਆਂ ਵੀ ਰਹਿ ਗਈਆਂ ਹੋਣਗੀਆਂ। ਥੋੜਾ ਜੇ ਮੇਰੇ ਤੋਂ ਇੱਧਰ ਉੱਧਰ ਹੋ ਗਿਆ ਹੋਵੇ ਤਾਂ ਮਾਫ ਕਰਨਾ, ਕਿਉਂਕਿ ਮੇਰਾ ਕੋਈ ਬਹੁਤ ਜ਼ਿਆਦਾ, ਮੈਂ ਪਹਿਲਾਂ ਤੋਂ ਲੈਕਚਰ ਨਹੀਂ ਦਿੰਦੇ, ਰੀਸੈਂਟਲੀ ਅਜੇ ਮੈਂ PhD ਕੰਪਲੀਟ ਕੀਤੀ ਹੈ, ਤੇ ਮੇਰੇ ਲਈ ਵੀ ਇੱਕ ਨਵਾਂ ਐਕਸਪੀਰੀਅੰਸ ਸੀਗਾ। ਗਲਤੀਆਂ ਲਈ ਮਾਫੀ। ਬਾਕੀ ਤੁਸੀਂ ਜੇ ਕੁਝ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਹੋ।